ਵੀਰਵਾਰ ਕਿਉਂਕਿ ਸ਼ੁੱਕਰਵਾਰ ਤੋਂ ਦਿਨਾਂ ਦੀ ਵਿਚਾਰ ਪ੍ਰਾਰੰਭ ਹੋਈ ਸੀ, ਇਸ ਲਈ ਅਖੀਰੀ ਵਾਰ, ਹਾਲਾਂਕਿ ਬਾਣੀ ਅਨੁਸਾਰ ਪਹਿਲਾ ਦਿਨ ਐਤਵਾਰ ਦਾ ਹੈ, ਕਿਉਂਕਿ ਵਿਚਾਰ ਸ਼ੁੱਕਰਵਾਰ ਨੂੰ ਪ੍ਰਾਰੰਭ ਹੋਈ ਸੀ, ਸੋ ਅੱਜ ਇਸ ਵਿਚਾਰ ਦਾ ਅਖੀਰੀ ਸ਼ਬਦ ਹੈ। ਮਹਾਰਾਜ ਨੇ ਇਸ ਦਿਨ ਪ੍ਰਥਾਏ ਜੋ ਸਿਧਾਂਤ ਦਿੱਤਾ ਹੈ, ਇਸ ਨੂੰ ਹਿੰਦੀ ਵਿੱਚ ਬ੍ਰਹਸਪਤ ਕਹਿੰਦੇ ਨੇ। ਵੀਰਵਾਰ ਇਹਦਾ ਪੰਜਾਬੀ ਨਾਮ ਹੈ, ਅਤੇ ਉਸ ਰੂਪ ਵਿੱਚ ਇਸ ਦਿਨ ਦੇ ਨਾਲ ਪੁਰਾਤਨ ਸਮੇਂ ਤੋਂ ਬਹੁਤ ਸਾਰੇ ਕੁਝ ਐਸੇ ਵਹਿਮ ਭਰਮ ਜੁੜੇ ਹੋਏ ਨੇ ਕਿ ਹਰ ਚੀਜ਼ ਪਿੱਛੇ, ਹਰ ਕਰਮ ਪਿੱਛੇ ਕੋਈ ਨਾ ਕੋਈ ਇੱਕ ਕਰਮ ਕਾਂਡ ਨਾਲ ਜੋੜਿਆ ਗਿਆ। ਇਸ ਲਈ ਮਹਾਰਾਜ ਨੇ ਵਿਚਾਰ ਦੀ ਸ਼ੁਰੂਆਤ ਹੀ ਇੱਥੋਂ ਕੀਤੀ ਹੈ ਕਿ ਵੀਰਵਾਰ ਵੀਰ ਭਰਮ ਭੁਲਾਏ। ਇੱਥੇ ਵੀਰ ਦੇ ਮਾਇਨੇ ਹਨ ਯੋਧੇ, ਬਲੀ। ਵੀਰਵਾਰ ਬਲੀ ਯੋਧਿਆਂ ਦਾ ਵਾਰ, ਦਿਨ ਤਾਕਤਵਰ। ਹੁਣ ਜਦੋਂ ਇਸ ਪ੍ਰਥਾਏ ਇਹ ਮੰਨੀਏ ਤਾਂ ਬ੍ਰਹਸਪਤ ਵੈਸੇ ਵੀ ਸਭ ਤੋਂ ਵੱਡਾ ਹੈ, ਜਿਹੜੇ ਗ੍ਰਹਿ ਨੇ ਉਹਨਾਂ ਵਿੱਚੋਂ, ਅਤੇ ਇਹਦੇ ਚੰਦਰਮਾ ਵੀ ਸਭ ਤੋਂ ਜ਼ਿਆਦਾ ਨੇ। ਪਰ ਇਸ ਪੱਖ ਵਿੱਚ ਉਹ ਜਿਹੜੀ ਵੀਰਤਾ ਹੈ ਜੋ ਇਸ ਦਿਨ ਇਨਸਾਨ ਦੇ ਮਨ ਵਿੱਚ ਹੋਣੀ ਚਾਹੀਦੀ ਹੈ, ਉਹ ਵੀਰਤਾ ਭਰਮ ਪਾਉਣ ਵਾਲਿਆਂ ਨੇ ਕਦ ਕਾਇਰਤਾ ਵਿੱਚ ਬਦਲ ਦਿੱਤੀ, ਕੋਈ ਅੰਦਾਜ਼ਾ ਹੀ ਨਹੀਂ ਹੋਇਆ। ਮਨੁੱਖ ਨੇ ਜਦੋਂ ਭਰਮਾਂ ਨੂੰ ਆਪਣੇ ਜੀਵਨ ਵਿੱਚ ਥਾਂ ਦਿੱਤੀ ਹੈ, ਉਹ ਡਰ ਤੋਂ ਸ਼ੁਰੂਆਤ ਹੋਈ। ਕਿਸੇ ਵੀ ਚੀਜ਼ ਦਾ ਡਰ, ਉਸ ਡਰ ਨੂੰ ਦੂਰ ਕਰਨ ਦੇ ਲਈ ਇਨਸਾਨ ਨੇ ਕੋਸ਼ਿਸ਼ ਕੀਤੀ। ਅਤੇ ਜੇ ਤਾਂ ਡਰ ਐਸੀ ਚੀਜ਼ ਦਾ ਹੋਵੇ ਨਾ ਜੋ ਦਿਖਾਈ ਦਿੰਦੀ ਹੈ, ਉਹਦਾ ਡਰ ਇਨਸਾਨ ਕੱਢ ਸਕਦਾ ਕਿਸੇ ਤਰ੍ਹਾਂ ਵੀ। ਉਹ ਬੰਦਾ ਦਿਖਦਾ, ਉਹਨੂੰ ਮਿਲੇ, ਉਹਦਾ ਕੋਈ ਹੱਲ ਲੱਭਿਆ, ਜਾਂ ਉਹਦੇ ਵਾਸਤੇ ਕੋਈ ਇੰਤਜ਼ਾਮ ਕਰ ਦਿੱਤਾ ਵੀ ਆਉਂਦਾ ਕਿੱਥੇ ਹੈ, ਜਾਂਦਾ ਕਿੱਥੇ ਹੈ, ਉਹਦੇ ਮੁਤਾਬਕ। ਪਰ ਜੇ ਕੋਈ ਵੀ ਚੀਜ਼ ਦਿਖੇ ਹੀ ਨਾ, ਅਗਰ ਕੋਈ ਚੀਜ਼ ਨਜ਼ਰ ਹੀ ਨਹੀਂ ਆ ਰਹੀ, ਉਹਦਾ ਇੰਤਜ਼ਾਮ ਕਰਨਾ ਹੋਵੇ, ਫਿਰ ਬੰਦਾ ਕਿਵੇਂ? ਉਹ ਫਿਰ ਡਰ ਬਣਿਆ ਰਹਿੰਦਾ। ਭੂਤ ਪ੍ਰੇਤ ਦਿਖਾਈ ਨਹੀਂ ਪੈਂਦੇ, ਪੀਰ ਫਕੀਰਾਂ ਦੀ ਕਬਰਾਂ, ਇਹ ਵੀ ਮਰ ਚੁੱਕੇ ਹੁੰਦੇ ਨੇ। ਇਹਨਾਂ ਦੇ ਜੋ ਵਹਿਮ ਭਰਮ ਪਾਏ ਗਏ, ਉਹ ਇਹਨਾਂ ਦਿਨਾਂ ਵਿੱਚ ਪਏ। ਅਤੇ ਇਸ ਰੂਪ ਵਿੱਚ ਕੇਵਲ ਇੱਕ ਥਾਂ ਨਹੀਂ, ਹਰ ਧਰਮ ਵਿੱਚ ਔਰ ਹਰ ਥਾਂ ਦੇ ਉੱਤੇ ਇਸ ਪ੍ਰਕਾਰ ਦੇ ਕਈ ਭਰਮ ਪਾਏ ਹੋਏ ਨੇ। ਦਰਖਤਾਂ ਤੋਂ ਲੈ ਕੇ ਇਨਸਾਨ ਤੱਕ, ਕੱਪੜਿਆਂ ਤੋਂ ਲੈ ਕੇ ਭੋਜਨ ਤੱਕ, ਵੀਰਵਾਰ ਵਾਲੇ ਦਿਨ ਦਾ ਇਹ ਭਰਮ ਬੜੇ ਪ੍ਰਪੱਕ ਰੂਪ ਵਿੱਚ ਇਨਸਾਨ ਨੇ ਪਾ ਲਿਆ। ਅਲੱਗ-ਅਲੱਗ ਥਾਵਾਂ 'ਤੇ ਵੱਖ-ਵੱਖ ਚੀਜ਼ਾਂ ਨੇ। ਪੰਜਾਬ ਵਿੱਚ ਜਿਵੇਂ ਜ਼ਿਆਦਾਤਰ ਲੋਕ ਪੀਰਾਂ ਦੀਆਂ ਕਬਰਾਂ 'ਤੇ ਜਾਂਦੇ ਨੇ, ਉੱਥੇ ਕਰੀਬ ਐਸਾ ਪਿੰਡ ਛੱਡੋ, ਮੁਹੱਲਾ ਕਹਿ ਲਈਏ, ਕੋਈ ਮੁਹੱਲਾ ਐਸਾ ਨਹੀਂ ਜਿੱਥੇ ਕੋਈ ਪੀਰ ਦੀ ਕਬਰ ਨਾ ਹੋਵੇ। ਅਤੇ ਉਹ ਡਰ ਜਿਹੜਾ ਹੈ, ਜਦੋਂ ਕੋਈ ਬੰਦਾ ਉੱਧਰੋਂ ਦੀ ਲੰਘਦਾ ਤਾਂ ਪੂਰਨ ਤੌਰ 'ਤੇ ਉਹ ਡਰ ਬਣਿਆ ਰਹਿੰਦਾ। ਇੱਥੋਂ ਤੱਕ ਕਿ ਹਾਈਵੇ ਦੇ ਉੱਤੇ ਵੀ ਬਹੁਤ ਸਾਰੀਆਂ ਐਸੀਆਂ ਕਬਰਾਂ ਰਸਤੇ ਵਿੱਚ ਆਉਂਦੀਆਂ ਨੇ, ਜਿੱਥੇ ਲੰਘਣ ਲੱਗਿਆਂ ਤੁਸੀਂ ਭਾਵੇਂ ਭਰਮ ਨਾ ਮੰਨੋ, ਅਗਰ ਤੁਹਾਡਾ ਕੋਈ ਡਰਾਈਵਰ ਹੈ ਅਤੇ ਉੱਥੋਂ ਗੱਡੀ ਸਲੋ ਕਰਕੇ, ਧੌਣ ਨੀਵੀਂ ਕਰਕੇ ਹੀ ਲੰਘੇਗਾ। ਉਹਦੇ ਆਪਣੇ ਤਰਕ ਹੁੰਦੇ ਨੇ, ਜਨਾਬ ਉਹ ਬੈਠਾ ਹੁੰਦਾ ਹੈ, ਇਹ ਹੋ ਜਾਏਗਾ, ਉਹ ਹੋ ਜਾਏਗਾ, ਅਗਰ ਨਹੀਂ ਕਰਾਂਗੇ ਤਾਂ ਆਹ ਕਰਾਂਗੇ, ਇਹ ਹੋ ਜਾਏਗਾ। ਇਸ ਪ੍ਰਕਾਰ ਨਾਲ ਉਸੇ ਤਰੀਕੇ ਦੇ ਉਹ ਭਰਮ ਪਾਏ ਗਏ। ਅਤੇ ਮਹਾਰਾਜ ਕਹਿੰਦੇ ਨੇ ਵੀਰਵਾਰ ਵੀਰ ਭਰਮ ਭੁਲਾਏ। ਹਾਲਾਂਕਿ ਇਸ ਰੂਪ ਵਿੱਚ ਇੱਕ ਪੁਰਾਤਨ ਗ੍ਰੰਥ ਵਿੱਚ ਜੋ ਵੀਰ ਆਏ ਨੇ, ਉਹ 52 ਵੀਰਾਂ ਦਾ ਵੀ ਇੱਕ ਜ਼ਿਕਰ ਹੈ, ਔਰ ਸਾਰੇ ਦੇ ਸਾਰੇ ਉਹਨਾਂ ਜਤੀ ਯੋਧਿਆਂ ਦਾ ਹੀ ਜ਼ਿਕਰ ਆਇਆ ਹੈ, ਜਿਸ ਵਿੱਚ ਦੱਤਾਤਰੇय, ਹਨੂੰਮਾਨ ਜੀ, ਲਕਸ਼ਮਣ ਜੀ, ਜੋ ਜਤੀ ਸਤੀ ਰਹਿ ਕੇ, ਗੋਰਖ ਆਦਿਕ, ਇਹ ਸਭ ਵੀਰ ਬਣਾਏ ਗਏ ਨੇ। ਪਰ ਇਹਨਾਂ ਦੇ ਹੀ ਨਾਮ 'ਤੇ ਭਰਮ ਵੀ ਪੈਦਾ ਕੀਤੇ ਹੋਏ ਨੇ ਵੀ ਉਹਨੇ ਆਹ ਥਾਂ ਮੰਨ ਲਈ ਹੈ, ਉਸ ਦੀ ਉਹ ਥਾਂ ਬਣ ਗਈ ਹੈ, ਉਸ ਪੀਰ ਦੀ ਆਹ ਥਾਂ ਹੋ ਗਈ ਹੈ, ਉਸ ਦੀ ਇਹ ਜਗ੍ਹਾ ਹੋ ਗਈ ਹੈ।
ਇੱਕ ਗਾਥਾ ਇਸ ਪ੍ਰਥਾਏ ਪਹਿਲੋਂ ਅਰਜ਼ ਕਰਾਂ। ਭਾਈ ਤੀਰਥਾ ਜੀ, ਜਿਨ੍ਹਾਂ ਨੂੰ ਭਾਈ ਮੰਝ ਕਰਕੇ ਇਤਿਹਾਸ ਵਿੱਚ ਜਾਣਿਆ ਜਾਂਦਾ ਹੈ, ਇਹਨਾਂ ਦੇ ਘਰ ਵਿੱਚ ਸਖੀ ਸਰਵਰ ਦੀ ਪੂਜਾ ਹੁੰਦੀ ਸੀ, ਉਹ ਵੀ ਵੀਰਵਾਰ ਦੇ ਦਿਨ ਹੀ। ਇਹ ਮਹਾਰਾਜ ਕੋਲ ਪਹੁੰਚੇ। ਪੀੜ੍ਹੀ ਦਰ ਪੀੜ੍ਹੀ ਕਈ ਪੁਸ਼ਤਾਂ ਤੋਂ ਘਰ ਦੇ ਵਿੱਚ ਪੀਰ ਦਾ ਦਿਨ ਮਨਾਇਆ ਜਾਂਦਾ ਸੀ, ਸਖੀ ਸਰਵਰ ਨੂੰ ਇਹ ਪੂਜਦੇ ਸਨ। ਅਤੇ ਉਹ ਜਿਹੜੀ ਪਰੰਪਰਾ ਚੱਲੀ, ਪਰ ਜੋ ਕੋਈ ਸਕੂਨ ਨਾ ਆਤਮਿਕ ਤੌਰ 'ਤੇ ਮਿਲੇ, ਬੰਦਾ ਇੱਧਰ ਉੱਧਰ ਦੇਖਦਾ ਹੀ ਹੈ। ਕੁਝ ਗੁਰਸਿੱਖਾਂ ਦਾ ਜੀਵਨ ਬਿਹਤਰ ਵੇਖ ਕੇ ਇਹਨੇ ਪੁੱਛਿਆ ਵੀ ਤੁਸੀਂ ਬੜੇ ਖੁਸ਼ ਰਹਿੰਦੇ ਹੋ, ਬੜੇ ਆਨੰਦ 'ਚ ਰਹਿੰਦੇ ਹੋ, ਇਹ ਕਿੱਥੋਂ ਮਿਲਿਆ? ਉਹਨਾਂ ਦੱਸਿਆ ਵੀ ਪੰਜਵੇਂ ਪਾਤਸ਼ਾਹ, ਉਹਨਾਂ ਕੋਲ ਜਾਈਦਾ, ਉਹਨਾਂ ਦੀ ਬਾਣੀ ਪੜ੍ਹਦੇ ਹਾਂ, ਮੌਜ ਆਨੰਦ ਵਿੱਚ ਰਹਿੰਦੇ ਹਾਂ। ਇਹ ਵੀ ਆ ਗਏ। ਅਤੇ ਜਦੋਂ ਭਾਈ ਮੰਝ ਨੇ ਮੱਥਾ ਟੇਕਿਆ ਮਹਾਰਾਜ ਦੇ ਚਰਨਾਂ ਵਿੱਚ ਵੀ ਪਾਤਸ਼ਾਹ ਮੇਰੇ 'ਤੇ ਵੀ ਕਿਰਪਾ ਕਰੋ, ਮਹਾਰਾਜ ਨੇ ਇੱਕ ਗੱਲ ਕਹੀ ਵੀ ਸਿੱਖੀ ਤੇ ਸਿੱਖੀ ਨਹੀਂ ਟਿਕਦੀ, ਤੂੰ ਪਹਿਲਾਂ ਹੀ ਕਿਸੇ ਨੂੰ ਆਪਣਾ ਗੁਰੂ ਧਾਰ ਬੈਠਾ ਹੈ ਅਤੇ ਹੁਣ ਸਾਡੀ ਗੱਲ ਮੰਨੇਗਾ ਕਿ ਉਹਦੀ ਮੰਨੇਗਾ? ਇਹ ਤਾਂ ਇੱਕ ਤਰਫਾ ਹੋਣਾ ਪੈਣਾ, ਦੋ ਬੇੜੀਆਂ 'ਚ ਤੇ ਪੈਰ ਨਾ ਰੱਖ। ਉਹ ਕਹਿਣ ਲੱਗਾ ਜੀ ਆਦੇਸ਼ ਵੀ ਉਹ ਜੋ ਘਰ ਕਬਰਾਂ ਬਣੀਆਂ ਨੇ ਪੁੱਟ ਦੇ। ਉਹਨੇ ਮੰਨਿਆ, ਉਸੇ ਰੂਪ ਵਿੱਚ ਘਰੇ ਹੀ ਕਬਰਾਂ ਬਣੀਆਂ ਹੋਈਆਂ ਸੀ, ਪੁੱਟੀਆਂ। ਪਿੰਡ ਵਾਲਿਆਂ ਨੇ ਜੋ ਚੌਧਰੀਪਣਾ ਦਿੱਤਾ ਸੀ ਸਭ ਤੋਂ ਪਹਿਲੋਂ ਉਹ ਖੋਇਆ। ਸੰਜੋਗ ਵਸ ਕੋਈ ਘਰ ਵਿੱਚ ਗਾਵਾਂ ਮੱਝਾਂ ਰੱਖੀਆਂ ਸਨ, ਉਹ ਮਰ ਗਈਆਂ, ਅਤੇ ਲੋਕਾਂ ਕਹਿਣਾ ਸ਼ੁਰੂ ਕਰਤਾ ਵੀ ਤੂੰ ਪੀਰ ਦੀ ਪੂਜਾ ਬੰਦ ਕੀਤੀ ਹੈ, ਇਸ ਕਰਕੇ ਇਹ ਹੋਇਆ। ਕਹਿਣ ਲੱਗੇ ਵੀ ਹੁਣ ਜੋ ਮਰਜ਼ੀ ਜਾਏ, ਗੁਰੂ ਦਾ ਹੋ ਗਿਆ, ਹੁਣ ਨਹੀਂ ਇਹ ਅਪਣਾਵਾਂਗਾ। ਉਹ ਸਾਰੀਆਂ ਚੀਜ਼ਾਂ ਉਸਨੇ ਉਸੇ ਤਰ੍ਹਾਂ ਬਰਕਰਾਰ ਰੱਖੀਆਂ। ਕੁਝ ਦਿਨਾਂ ਤੱਕ ਜੀਵਨ ਦੁਸ਼ਵਾਰ ਜ਼ਰੂਰ ਰਿਹਾ, ਲੇਕਿਨ ਇੱਕ ਵਕਤ ਐਸਾ ਆਇਆ ਕਿ ਪੰਜਵੇਂ ਪਾਤਸ਼ਾਹ ਨੇ ਪ੍ਰਸੰਨ ਹੋ ਕੇ ਇਹ ਬਖਸ਼ਿਸ਼ ਕੀਤੀ ਕਿ ਮੰਝ ਪਿਆਰਾ ਗੁਰੂ ਨੂੰ, ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ ਜਗ ਲੰਘਣ ਹਾਰਾ। ਉਹਨਾਂ ਨੂੰ ਉਹ ਸਾਰੀਆਂ ਰਹਿਮਤਾਂ, ਸਾਰੀਆਂ ਬਖਸ਼ਿਸ਼ਾਂ, ਸਾਰੇ ਆਸ਼ੀਰਵਾਦ, ਸਾਰੀਆਂ ਸਰਦਾਰੀਆਂ, ਸਭ ਚੌਧਰੀਆਂ, ਸਭ ਕੁਝ ਉਸੇ ਤਰ੍ਹਾਂ ਉਸ ਤੋਂ ਕਈ ਗੁਣਾ ਵੱਧ ਕੇ ਵਾਪਸ ਪ੍ਰਾਪਤ ਹੋ ਗਿਆ। ਉਹ ਭਰਮ ਜੀਵਨ ਵਿੱਚੋਂ ਹਟਾ ਲਏ। ਫਿਰ ਤੋਂ ਦੁਬਾਰਾ ਇਨਸਾਨ ਜਦੋਂ ਉਸ ਪ੍ਰਕਾਰ ਦੇ ਭਰਮਾਂ ਵਿੱਚ ਫਸਦਾ ਹੈ, ਮਰਨ ਤੋਂ ਬਾਅਦ ਕਿਸ ਦਾ ਕੀ ਹੋਣਾ ਹੈ ਔਰ ਕੀ ਨਹੀਂ ਹੋਣਾ, ਇਸ ਬਾਰੇ ਤੇ ਕੁਝ ਜਾਣਿਆ ਨਹੀਂ ਜਾ ਸਕਦਾ ਨਾ। ਜਿਨ੍ਹਾਂ ਭਰਮਾਂ ਵਿੱਚ ਇਹਨਾਂ ਨੂੰ ਫਸਾਇਆ ਗਿਆ ਕਿ ਪ੍ਰੇਤ ਭੂਤ ਸਭ ਦੂਜੈ ਲਾਏ, ਇਹ ਜੋ ਭੂਤ ਪ੍ਰੇਤ ਆਦਿਕ ਦੇ ਵਹਿਮ ਭਰਮ ਨੇ ਜੋ ਵੀਰਵਾਰ ਨੂੰ ਬਹੁਤੇ ਪਾਏ ਜਾਂਦੇ ਨੇ, ਇਹ ਸਭ ਮਾਇਆ ਦਾ ਪ੍ਰਭਾਵ ਹੈ। ਮਨੁੱਖ ਦੇ ਮਨ ਦੇ ਡਰ ਨੂੰ ਇਨਸਾਨ ਹੋਰ ਵਧਾ ਕੇ ਅਤੇ ਉਹਦੇ ਹੱਲ ਲੱਭਣ ਵਾਸਤੇ ਕੋਸ਼ਿਸ਼ ਕਰਦਾ ਹੈ। ਜਿਹਨੇ ਮੁਸੀਬਤ ਪੈਦਾ ਕੀਤੀ ਹੋਵੇ, ਹੱਲ ਵੀ ਉਹੀ ਜਾਣਦਾ ਹੈ। ਤਾਲਾ ਅਗਰ ਤੁਸੀਂ ਲਾਇਆ ਹੈ, ਤੁਹਾਨੂੰ ਪਤਾ ਚਾਬੀ ਕਿੱਥੇ ਹੈ। ਇਸ ਹਿਸਾਬ ਨਾਲ ਅਗਰ ਤਾਲਾ ਤੁਸੀਂ ਲਾਇਆ, ਮੈਨੂੰ ਕੋਈ ਪੁੱਛੇ ਚਾਬੀ ਕਿੱਥੇ ਹੈ ਜੀ, ਅਤੇ ਮੈਨੂੰ ਕੋਈ ਕਿਵੇਂ ਦੱਸ ਦੇਗਾ? ਮੈਨੂੰ ਕੀ ਪਤਾ ਹੋਏਗਾ? ਅਗਰ ਤੇ ਮੁਸੀਬਤ ਭੂਤ ਪ੍ਰੇਤਾਂ ਨੇ ਹੀ ਪੈਦਾ ਕੀਤੀ ਹੈ ਤੇ ਹੱਲ ਉਹ ਲੱਭ ਦੇਣਗੇ। ਪਰ ਜੇ ਕੋਈ ਦੁੱਖ ਪਰਮਾਤਮਾ ਦੇ ਹੁਕਮ ਵਿੱਚ ਆਇਆ ਹੈ, ਉਹਨੂੰ ਕੋਈ ਕਿਵੇਂ ਦੂਰ ਕਰੇਗਾ? ਜੇ ਕੋਈ ਦੁੱਖ ਪਰਮਾਤਮਾ ਦੀ ਰਜ਼ਾ ਵਿੱਚ ਆਇਆ, ਉਹਨੇ ਪਰਖ ਦੀ ਖਾਤਰ ਉਹ ਦੁੱਖ ਦਿੱਤਾ ਹੈ, ਜਾਂ ਉਹਨੇ ਪ੍ਰੀਖਿਆ ਲਈ ਹੈ, ਉਹਨੇ ਕੋਈ ਪਰਚਾ ਪਾਇਆ ਹੈ, ਜਾਂ ਉਸਨੇ ਕੋਈ ਕਰਮ ਫਲ ਬਖਸ਼ਿਆ ਹੈ, ਤੇ ਫਿਰ ਉਹਨੂੰ ਕੋਈ ਵਿਅਕਤੀ ਕਿਵੇਂ ਦੂਰ ਕਰ ਦੇਗਾ? ਅਤੇ ਇਹ ਚੀਜ਼ਾਂ ਚਲਦੀਆਂ ਨੇ। ਪੀਰਾਂ ਦੇ ਉੱਤੇ ਰੋਟ ਚੜ੍ਹਾਉਣੇ ਇਹ ਪੁਰਾਣਾ ਪ੍ਰਸ਼ਾਦ ਹੈ, ਔਰ ਹੁਣ ਵੀ ਚੜ੍ਹਦੇ ਨੇ। ਰੋਟ ਆਟੇ 'ਚ ਮਿੱਠਾ ਗੁੜ ਆਦਿਕ ਮਿਲਾ ਕੇ, ਹੋਰ ਅਜਵੈਨ ਸੌਂਫ ਪਾ ਕੇ, ਕਈ ਚੀਜ਼ਾਂ ਮਿਲਾ ਕੇ, ਅਤੇ ਉਹਨੂੰ ਧਰਤੀ ਦੇ ਉੱਤੇ ਪਕਾ ਲੈਂਦੇ ਨੇ। ਧਰਤੀ 'ਤੇ ਪਹਿਲਾਂ ਕੋਲੇ ਰੱਖੇ ਹੁੰਦੇ ਨੇ, ਫਿਰ ਉੱਤੇ ਵੀ ਰੱਖ ਦਿੰਦੇ ਨੇ। ਉਹ ਇੱਕ ਤਰ੍ਹਾਂ ਨਾਲ ਤੰਦੂਰੀ ਮੋਟੀ ਰੋਟੀ ਕਹਿ ਲਓ ਤੁਸੀਂ, ਬਣ ਜਾਂਦੀ ਹੈ। ਅਤੇ ਹੁਣ ਉਸ ਹਿਸਾਬ ਵਿੱਚ ਜਿਹੜੇ ਵਹਿਮ ਭਰਮ ਪਾਉਣ ਵਾਲੇ ਨੇ, ਇੱਥੋਂ ਤੱਕ ਅੱਗੇ ਲੰਘ ਕੇ, ਸ਼ਾਇਦ ਮੈਂ ਪਹਿਲਾਂ ਵੀ ਅਰਜ਼ ਕੀਤੀ, ਹੁਣ ਉਹ ਰੋਟ ਉਸੇ ਪ੍ਰਕਾਰ ਦਾ ਹੁੰਦਾ। ਹੁਣ ਤਾਂ ਜਿਹੜੇ ਰੋਟ ਨਹੀਂ ਜਾਣਦੇ, ਨਿਊ ਜਨਰੇਸ਼ਨ ਹੈ, ਉਹਨੂੰ ਵਹਿਮ ਭਰਮ ਪਾਉਣ ਵਾਲੇ ਕਹਿਣਗੇ ਕੋਈ ਗੱਲ ਨਹੀਂ ਬੇਟਾ, ਰੋਟ ਨਾ ਲਿਆਓ, ਪੀਜ਼ਾ ਲਿਆ ਦਿਓ, ਉਹ ਵੀ ਰੋਟ ਵਰਗਾ ਹੀ ਹੈ, ਪੱਕਦਾ ਤੇ ਉਹ ਵੀ ਉਸੇ ਤਰ੍ਹਾਂ ਹੀ ਹੈ, ਤੰਦੂਰ ਵਾਂਗ ਹੀ। ਮਤਲਬ ਤੇ ਉਹਨਾਂ ਦਾ ਖਾਣ ਨਾਲ ਹੈ। ਡਰ ਨੂੰ ਕੈਸ਼ ਕਰਕੇ ਲੋਕ ਆਪਣਾ ਫਾਇਦਾ ਚੁੱਕ ਰਹੇ ਨੇ। ਭੂਤ ਹੋਵੇ, ਪ੍ਰੇਤ ਹੋਵੇ, ਇਹ ਵੀ ਇੱਕ ਜੋਨਾਂ ਨੇ। ਕਈ ਕੋਟ ਭੂਤ ਪ੍ਰੇਤ ਸੂਕਰ ਮ੍ਰਿਗਾਚ, ਅਤੇ ਕਈ ਕੋਟ ਤ੍ਰਿਗਦ ਜੋਨ ਕਿਰਮਾਏ। ਇਹ ਅਲੱਗ ਅਲੱਗ ਪ੍ਰਕਾਰ ਦੀਆਂ ਜੋਨਾਂ ਨੇ।
ਜੋ ਆਪਾਂ ਸੁਖਮਨੀ ਸਾਹਿਬ 'ਚ ਪੜ੍ਹਦੇ ਹਾਂ ਉਹਦੇ ਚੱਲ ਵੱਖਰੀਆਂ, ਇਸੇ ਅਸ਼ਟਪਦੀ 'ਚ ਕਈ ਪ੍ਰਕਾਰ ਦੀਆਂ ਜੋਨਾਂ ਦਾ ਜ਼ਿਕਰ ਹੈ। ਖੈਰ ਇਹਨਾਂ ਸਭਨਾਂ ਨੂੰ ਜੋ ਜੋਨਾਂ ਮਿਲੀਆਂ, ਜੋ ਖੁਦ ਜੋਨ ਵਿੱਚ ਫਸਿਆ ਉਹ ਦੂਸਰੀ ਜੋਨ ਨੂੰ ਕਿਵੇਂ ਪਾਰ ਉਤਾਰ ਦੇਗਾ? ਅਤੇ ਜੇ ਰੱਬ ਦੀ ਰਜ਼ਾ ਵਿੱਚ ਕੋਈ ਜੋਨ ਮਿਲੀ ਹੈ, ਕਿਵੇਂ? ਇੱਕ ਸ਼ਬਦ ਹੈ ਤ੍ਰਿਲੋਚਨ ਜੀ ਦਾ, ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਨ ਵਲ ਵਲ ਅਵਤਰੈ। ਸ਼ੌਂਕ ਨਾਲ ਮਕਾਨ ਬਣਾਇਆ, ਲੇਕਿਨ ਹੁਣ ਬਣਦਾ ਕਦੋਂ ਹੈ? ਇਨਸਾਨ ਪਹਿਲੋਂ ਆਪਣਾ ਕੈਰੀਅਰ ਸ਼ੁਰੂ ਕਰਦਾ, ਬਿਜ਼ਨਸ ਜਾਂ ਜੋਬ ਹੋਵੇ ਕੋਈ 10-15 ਸਾਲ ਪਹਿਲੋਂ ਉਹ ਕਰਦਾ, ਫਿਰ ਥੋੜ੍ਹਾ ਜਿਹਾ ਸੇਵਿੰਗ ਕਰਦਾ, ਕੁਝ ਲੋਨ ਆਦਿਕ ਲੈ ਕੇ ਇੰਨਾ ਤੱਕ ਪਹੁੰਚਦਿਆਂ ਬੰਦੇ ਦੀ ਉਮਰ ਹੋ ਜਾਂਦੀ ਹੈ 50-60 ਸਾਲ। ਅਤੇ ਉਸ ਵੇਲੇ ਜਦੋਂ ਸ਼ੌਂਕ ਨਾਲ ਬਣਾ ਲਿਆ, ਬੱਚੇ ਉਦੋਂ ਤੱਕ ਵੱਡੇ ਹੋ ਜਾਂਦੇ ਨੇ ਅਤੇ ਉਹ ਵੀ ਸੋਚਦੇ ਨੇ ਪਾਪਾ ਜੀ ਹੁਣੇ ਕਰੋ, ਗੇਟ ਦੇ ਨੇੜੇ ਵਾਲਾ ਕਮਰਾ ਲੈ ਲਓ, ਕੋਈ ਆਇਆ ਗਿਆ ਤਾਂ ਤੁਸੀਂ ਵੇਖ ਲਿਓ, ਜੇ ਕੋਈ ਸਾਡਾ ਕੋਈ ਖਾਸ ਹੋਇਆ ਤਾਂ ਸਾਨੂੰ ਆਵਾਜ਼ ਮਾਰ ਲੈਣਾ, ਨਹੀਂ ਤਾਂ ਘਰ ਤੁਸੀਂ ਸਾਂਭੋ। ਚੌਕੀਦਾਰਾ ਕਰਨਾ ਪੈ ਜਾਂਦਾ ਆਪਣੇ ਹੀ ਸ਼ੌਂਕ ਵਾਲੇ ਘਰ 'ਚ। ਅਤੇ ਜਦੋਂ ਐਸੀ ਹਾਲਤ ਬਣਦੀ ਉਦੋਂ ਪ੍ਰਾਣ ਨਿਕਲ ਜਾਣ ਅਤੇ ਸੁਰਤ ਕਿੱਥੇ ਰਹੇਗੀ ਘਰ 'ਚ? ਹਾਏ ਮੈਂ ਬਣਾਇਆ ਸੀ, ਮੈਂ ਰਹਿ ਨਹੀਂ ਸਕਿਆ, ਮੇਰਾ ਧਿਆਨ ਉੱਧਰ ਰਹਿ ਗਿਆ ਜਾਂ ਸੁਰਤ ਉਹਦੇ 'ਚ ਰਹਿ ਗਈ। ਅਤੇ ਇਹਨੂੰ ਲਿਖਿਆ ਗੁਰੂ ਸਾਹਿਬ ਨੇ, ਕਹਿਣ ਲੱਗੇ ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ। ਘਰ ਦਾ ਧਿਆਨ ਰੱਖਦਾ ਰੱਖਦਾ ਮੌਤ ਆ ਜਾਏ ਅਤੇ ਪ੍ਰਮਾਤਮਾ ਕਹਿੰਦਾ ਅੱਛਾ ਬਈ ਘਰ ਦਾ ਧਿਆਨ ਤੈਨੂੰ ਬੜਾ ਆ ਰਿਹਾ, ਜਾ ਫਿਰ ਉੱਥੇ ਹੀ ਰਹਿ। ਪ੍ਰੇਤ ਜੋਨ ਵਲ ਵਲ ਅਵਤਰੈ। ਉਹ ਫਿਰ ਇੱਕ ਵਾਰ ਨਹੀਂ, ਰੱਬ ਪ੍ਰੇਤ ਦੀ ਇੱਕ ਜੋਨ ਪੂਰੀ ਕਰਨ ਤੋਂ ਬਾਅਦ ਫਿਰ ਪੁੱਛਦਾ, ਹਾਂ ਰੱਜ ਗਿਆ ਘਰ 'ਚ ਰਹਿ ਕੇ? ਉਹ ਕਹਿੰਦਾ ਨਹੀਂ ਰੱਜਿਆ, ਠੀਕ ਹੈ ਦੁਬਾਰਾ ਰਹਿ ਲੈ, ਫਿਰ ਪ੍ਰੇਤ ਬਣ ਲੈ, ਫਿਰ ਉੱਥੇ ਹੁੰਦਾ। ਹੁਣ ਉਹਨੇ ਕਿਸ ਰੂਪ ਵਿੱਚ ਕਿਤਨੀ ਵਾਰ ਉਹ ਜੋਨ ਪੂਰੀ ਕਰਨੀ ਹੈ? ਹੁਣ ਇਹਦੇ ਅਰਥ ਘੁਮਾ ਫਿਰਾ ਕੇ ਕਰੋ ਜਾਂ ਸਿੱਧੇ ਕਰੋ, ਕਿਸੇ ਤਰੀਕੇ ਨਾਲ ਕਰ ਲਓ। ਕੋਈ ਤਾਰਕਿਕ ਬੰਦਾ ਕਹੇਗਾ ਪ੍ਰੇਤ ਹੁੰਦੇ ਹੀ ਕੋਈ ਨਹੀਂ ਹੈ, ਠੀਕ ਹੈ। ਹੁਣ ਇਹਦੇ ਅਰਥ ਬਾਣੀ ਦੇ ਸ਼ਬਦ ਤੁਹਾਡੇ ਸਾਹਮਣੇ ਸਕਰੀਨ 'ਤੇ ਵੀ ਲੱਗਾ, ਇਹਦੇ ਅਰਥ ਜਿਵੇਂ ਮਰਜ਼ੀ ਸਮਝ ਲਈਏ ਵੀ ਮੁੜ ਮੁੜ ਕੇ ਬੰਦੇ ਨੇ ਪ੍ਰੇਤ ਬਣਨਾ। ਅਤੇ ਇੱਕ ਪਰਿਭਾਸ਼ਾ ਇਸ ਰੂਪ ਵਿੱਚ ਵੀ ਹੈ, ਕਲ ਮੈਂ ਪ੍ਰੇਤ ਜਿਨੀ ਰਾਮ ਨਾ ਪਛਾਤਾ। ਕਲਯੁਗ ਵਿੱਚ ਵੈਸੇ ਹੀ ਪ੍ਰੇਤ ਨੇ ਜਿਹੜੇ ਭਗਤੀ ਨਹੀਂ ਕਰਦੇ। ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ, ਜੋਰੂ ਜਿਨ੍ਹਾਂ ਦਾ ਸਿਕਦਾਰ। ਸਭ ਪ੍ਰੇਤ ਹੀ ਨੇ ਜੇ ਭਗਤੀ ਨਹੀਂ ਕਰਦੇ। ਇਸ ਲਈ ਸਤਿਗੁਰ ਪਾਤਸ਼ਾਹ ਜੀ ਨੇ ਇੱਕ ਸਪਸ਼ਟ ਗੱਲ ਕੀਤੀ ਕਿ ਇਹ ਕੋਈ ਇਹਨਾਂ ਦੀ ਆਪਣੀ ਜੋਨ ਹੈ, ਇਹਨਾਂ ਨੇ ਕਿਸੇ ਨੂੰ ਤੰਗ ਨਹੀਂ ਕਰ, ਰੱਬ ਦੇ ਹੁਕਮ ਵਿੱਚ ਨੇ, ਉਹਦੇ ਹੁਕਮ ਵਿੱਚ ਜੋਨ ਭੋਗ ਰਹੇ ਨੇ। ਜਿਹਨੂੰ ਅਗਲਾ ਜੀਵਨ ਜਿਸ ਪ੍ਰਕਾਰ ਦਾ ਵੀ ਮਿਲ ਜਾਂਦਾ ਉਹ ਕਰਮਾਂ ਦੇ ਹਿਸਾਬ ਨਾਲ ਮਿਲਦਾ ਹੈ। ਇਸ ਲਈ ਸਤਿਗੁਰ ਪਾਤਸ਼ਾਹ ਜੀ ਕਹਿ ਰਹੇ ਨੇ, ਵੀਰ ਵਾਰ ਵੀਰ ਭਰਮ ਭੁਲਾਏ, ਪ੍ਰੇਤ ਭੂਤ ਸਭ ਦੂਜੈ ਲਾਏ। ਇਹ ਦੂਜੇ ਭਾਵ ਦਾ ਪ੍ਰਤੀਕ ਹੈ। ਬੰਦਾ ਰੱਬ ਨੂੰ ਛੱਡ ਬੈਠਾ ਹੈ ਅਤੇ ਸੰਸਾਰਕ ਮੋਹ ਮਾਇਆ ਵਿੱਚ ਫਸ ਗਿਆ, ਜਿਹਦੇ ਕਰਕੇ ਜੋਨਾਂ ਮਿਲ ਗਈਆਂ, ਉਹਦੇ ਲਈ ਭਰਮ ਪੈਦਾ ਹੋ ਗਿਆ। ਹੁਣ ਕਿਸ ਕਿਸ ਪ੍ਰਕਾਰ ਦੇ? ਇਹ ਤਾਂ ਵੱਡੇ ਭਰਮ ਹੋਏ ਨਾ ਭੂਤਾਂ ਪ੍ਰੇਤਾਂ ਵਾਲੇ। ਛੋਟੇ ਛੋਟੇ ਭਰਮ ਐਸੇ ਵੀ ਬਚਪਨ ਤੋਂ ਸੁਣਦਾ ਆਇਆ, ਕਿਉਂਕਿ ਕੁਝ ਸਮਾਂ ਪੰਜਾਬ ਵਿੱਚ ਵੀ ਰਹਿਣਾ ਪਿਆ। ਜਦੋਂ ਉਸ ਵੇਲੇ ਰਹੇ ਹਾਂ ਅਤੇ ਉਹ ਛੋਟੇ ਜੋ ਵੀਰਵਾਰ ਨੂੰ ਸਿਰ ਨਹੀਂ ਧੋਣਾ ਜੀ, ਵੀਰਵਾਰ ਨੂੰ ਕੱਪੜੇ ਨਹੀਂ ਧੋਣੇ, ਇਸ ਦਿਨ ਇਹ ਨਹੀਂ ਕਰਨਾ, ਇਸ ਦਿਨ ਉਹ ਨਹੀਂ ਕਰਨਾ, ਇਸ ਦਿਨ ਆਹ ਨਹੀਂ ਪਕਾਣਾ, ਇਸ ਦਿਨ ਇਹ ਚੀਜ਼ ਨਹੀਂ ਕਰਨੀ। ਉਹ ਇਤਨੇ ਭਰਮ ਪਾ ਲਏ, ਇਤਨੇ ਵਹਿਮ ਪਾ ਲਏ। ਅਤੇ ਉਸ ਪ੍ਰਥਾਏ ਸਤਿਗੁਰ ਪਾਤਸ਼ਾਹ ਜੀ ਨੇ ਇਹ ਸਿਧਾਂਤ ਦਿੱਤਾ ਵੀ ਜਿਹੜਾ ਬਾਣੀ ਪੜ੍ਹਦਾ ਹੈ, ਜਿਹੜਾ ਸਿਮਰਨ ਕਰਦਾ ਹੈ, ਜਿਹੜਾ ਨਾਮ ਜਪਦਾ ਹੈ, ਉਹਦੇ ਲਈ ਇੱਕ ਸਪਸ਼ਟ ਆਦੇਸ਼ ਅਤੇ ਸਿਕਿਉਰਿਟੀ ਰੱਬ ਨੇ ਦਿੱਤੀ ਹੈ। ਜਿਵੇਂ ਕਿਸੇ ਨੂੰ ਵਾਈ ਸਿਕਿਉਰਿਟੀ ਮਿਲਦੀ, ਕਿਸੇ ਨੂੰ ਜ਼ੈਡ ਮਿਲਦੀ ਹੈ। ਸਭ ਤੋਂ ਉੱਤਮ ਜ਼ੈਡ ਸ਼ਾਇਦ ਮੰਨੀ ਜਾਂਦੀ ਹੈ, ਕਿਉਂਕਿ ਜਿਵੇਂ ਜ਼ੈਡ ਬਣਦਾ ਉਸੇ ਤਰ੍ਹਾਂ ਦਾ ਸੁਰੱਖਿਆ ਦਾ ਘੇਰਾ ਵੀ ਹੁੰਦਾ। ਅਤੇ ਐਸੇ ਰੂਪ ਵਿੱਚ ਇਸੇ ਤਰ੍ਹਾਂ ਦੀ ਸਿਕਿਉਰਿਟੀ ਭਗਤੀ ਕਰਨ ਵਾਲਿਆਂ ਵਾਸਤੇ ਪ੍ਰਮਾਤਮਾ ਨੇ ਦਿੱਤੀ ਹੈ। ਉਹ ਕਿਸ ਪ੍ਰਕਾਰ ਦੀ? ਕਹਿੰਦੇ, ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹਉ ਅਣਹਿ ਤੂੰ ਅਣਹਿ ਛੁਟੈ, ਨਿਕਟ ਨਾ ਜਾਈਓ ਦੂਤ। ਜਮਦੂਤਾਂ ਤੱਕ ਨੂੰ ਜਾਣ ਦਾ ਆਦੇਸ਼ ਨਹੀਂ ਹੈ ਜਿੱਥੇ ਭਗਤੀ ਕੋਈ ਕਰਦਾ ਹੋਵੇ। ਇਹ ਰੱਬ ਦੀ ਸਿਕਿਉਰਿਟੀ ਹੈ। ਕਿਸੇ ਨੇ ਵੀ ਕੁਝ ਨਹੀਂ ਕਹਿਣਾ, ਜਿਹੜਾ ਮਰਜ਼ੀ ਕੋਈ ਆ ਜਾਏ, ਜਮਦੂਤ ਤਾਂ ਕੁਛ ਨਹੀਂ ਕਹੇਗਾ, ਪ੍ਰੇਤ ਤੇ ਉਸ ਤੋਂ ਬਹੁਤ ਛੋਟੇ ਨੇ। ਇਹਨਾਂ ਚੀਜ਼ਾਂ ਦਾ ਜਿਹੜਾ ਵਹਿਮ ਪਾਇਆ ਗਿਆ ਨਾ, ਇਹ ਆਪਣੇ ਆਪ ਵਿੱਚ ਇੱਕ ਜੋਨ, ਇਹਦੇ ਤੋਂ ਡਰਨ ਦੀ ਲੋੜ ਨਹੀਂ ਹੈ, ਕਿਉਂਕਿ ਇਹ ਉੱਥੇ ਜਾ ਨਹੀਂ ਸਕਦੇ ਜਿੱਥੇ ਭਗਤੀ ਹੁੰਦੀ ਹੈ।
ਬੜਾ ਸਹਿਜ। ਕਿਤੇ ਵੀ ਕੋਈ ਤੁਹਾਨੂੰ ਇਹ ਕਹੇ ਕਿ ਇੱਥੇ ਆਹ ਚੀਜ਼ ਹੈ, ਇਸ ਤਰ੍ਹਾਂ ਦਾ ਸੁਣਿਆ ਜਾਂਦਾ ਵੀ ਕੋਈ ਭੂਤ ਪ੍ਰੇਤ ਲੋਕ ਕਹਿੰਦੇ ਨੇ ਇੱਥੇ ਹੈ, ਉੱਥੇ ਖੁਦ ਬੈਠ ਕੇ ਇੱਕ ਜਪਜੀ ਸਾਹਿਬ ਦਾ ਪਾਠ ਪੜ੍ਹ ਲਓ ਆਰਾਮ ਨਾਲ। ਅਤੇ ਜੇ ਕਿਤੇ ਭਾਵਨਾ ਸਹਿਤ ਪੜ੍ਹਿਆ ਗਿਆ ਨਾ, ਉਹ ਉਸ ਦਿਨ ਦੀ ਗੱਲ ਨਹੀਂ ਹੈ, ਉਹਨੂੰ ਕਈ ਮਹੀਨਿਆਂ ਤੱਕ ਉੱਥੇ ਪੈਰ ਕਦਮ ਰੱਖਣ ਦੀ ਜਗ੍ਹਾ ਨਹੀਂ ਜੇ ਮਿਲਣੀ, ਜਦ ਤੱਕ ਉਸ ਦਾ ਪ੍ਰਭਾਵ ਬਣਿਆ ਰਹੇਗਾ। ਅਤੇ ਜੇ ਕੋਈ ਰੋਜ਼ ਆਪਣੇ ਘਰ ਬਾਣੀ ਪੜ੍ਹਦਾ, ਜਿੱਥੇ ਜਿੱਥੇ ਤੱਕ ਪੜ੍ਹੀ ਬਾਣੀ ਦੀ ਆਵਾਜ਼ ਜਾਏਗੀ ਘਰ ਦੇ ਚੌਥੇ, ਉਹਦੇ ਆਸ-ਪਾਸ ਤੱਕ ਨਹੀਂ, ਉੱਥੋਂ ਤੱਕ ਕਿ ਫਰਕ ਰਹੇਗਾ, ਗੁਆਂਢੀ ਤੱਕ ਨੂੰ ਫਾਇਦਾ ਰਹਿਣਾ। ਬਾਣੀ ਤੁਸੀਂ ਪੜ੍ਹੋਗੇ ਅਤੇ ਇਹਨਾਂ ਮਾੜੀਆਂ ਚੀਜ਼ਾਂ ਨੇ ਗੁਆਂਢੀ ਦੇ ਘਰ ਵੀ ਨਹੀਂ ਆਉਣਾ, ਕਿਉਂਕਿ ਉਹਨੂੰ ਵੀ ਪਤਾ ਵੀ ਮੇਰੇ ਘਰ ਇੱਕ ਗੁਰਸਿੱਖ ਰਹਿੰਦਾ ਇੱਧਰ ਲਾਗੇ, ਬਾਣੀ ਉਹਨੇ ਪੜ੍ਹੀ ਹੈ। ਫਾਇਦਾ ਉਹਨਾਂ ਸਭਨਾਂ ਨੂੰ ਵੀ ਹੋਏਗਾ ਜਿਹੜੇ ਨਹੀਂ ਵੀ ਪੜ੍ਹ ਰਹੇ, ਪਰ ਫਿਰ ਵੀ ਉਹ ਉਹਦੇ ਲਾਗੇ ਰਹਿੰਦੇ ਨੇ ਜੋ ਬਾਣੀ ਪੜ੍ਹਦਾ ਹੋਵੇ। ਕਿਉਂ? ਕਿਉਂਕਿ ਸਤਿਗੁਰ ਪਾਤਸ਼ਾਹ ਜੀ ਨੇ ਕਿਸ ਪ੍ਰਥਾਏ ਪ੍ਰਮਾਣ ਬਖਸ਼ਿਆ ਹੈ। ਉਹ ਕਹਿੰਦੇ ਹਨ, ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰ ਨਾ ਕੋਈ। ਇਸ ਬਾਣੀ ਤੋਂ ਵੱਡਾ ਕੋਈ ਹੈ ਹੀ ਨਹੀਂ, ਨਾ ਕੋਈ ਪੀਰ, ਨਾ ਫਕੀਰ, ਨਾ ਕੋਈ ਹੋਰ ਭੂਤ ਪ੍ਰੇਤ, ਨਾ ਦੇਵੀ ਦੇਵਤਾ, ਨਾ ਕੋਈ ਅਵਤਾਰੀ ਪੁਰਸ਼, ਸਭ ਤੋਂ ਉੱਪਰ ਤੇ ਪ੍ਰਮਾਤਮਾ ਹੀ ਹੈ ਨਾ। ਅਤੇ ਜੇ ਪ੍ਰਮਾਤਮਾ ਹੀ ਆਪ ਸਹਿਯੋਗ ਵਿੱਚ ਬੈਠਾ ਹੈ, ਇਸ ਲਈ ਇਹ ਜੋ ਵੀਰਵਾਰ ਵਾਲੇ ਭਰਮ ਬਣ ਗਏ, ਇਕੱਲੇ ਵੀਰਵਾਰ ਦੇ ਨਹੀਂ, ਵੀਰਵਾਰ ਦੇ, ਸ਼ਨੀਵਾਰ ਦੇ, ਸੋਮਵਾਰ ਦੇ, ਬੁੱਧਵਾਰ ਦੇ, ਕਿਸੇ ਵੀ ਦਿਨ ਦੇ ਜਿਹੜੇ ਵਹਿਮ ਭਰਮ ਪੈਦਾ ਹੋਏ, ਦਿਨ ਕੋਈ ਮਾੜਾ ਹੈ ਹੀ ਨਹੀਂ, ਦਿਨ ਤੇ ਆਪਣੇ ਆਪ ਵਿੱਚ ਆਇਆ ਹੀ ਹੈ। ਅਤੇ ਇਹਨੂੰ ਇੰਝ ਵੀ ਕਹਿ ਸਕਦੇ ਹਾਂ ਕਿ ਜਿਸ ਰੂਪ ਵਿੱਚ ਆਪਾਂ ਇਹ ਸੋਚ ਰਹੇ ਹਾਂ ਕਿ ਇਸ ਵਕਤ ਅਸੀਂ ਇੱਥੇ, ਸਾਡੇ ਲਈ ਵੀਰਵਾਰ ਹੈ, ਕਰੀਬ ਸਵੇਰ ਦੇ 9 ਵੱਜਣ ਵਾਲੇ ਨੇ, ਅਤੇ ਇਸੇ ਰੂਪ ਵਿੱਚ ਵੇਖੀਏ ਤੇ ਅਜੇ ਤੇ ਅਮਰੀਕਾ ਵਾਲਿਆਂ ਲਈ ਬੁੱਧਵਾਰ ਹੀ ਚੱਲ ਰਿਹਾ, ਉਹਨਾਂ ਵਾਸਤੇ ਤੇ 11 ਘੰਟੇ ਦਾ ਫਰਕ ਹੈ। ਅਜੇ ਉਹਨਾਂ ਫਰਕ ਨਹੀਂ ਪਿਆ, ਉਹਨਾਂ ਲਈ ਅਜੇ ਵੀ ਬੁੱਧਵਾਰ ਹੈ, 2 ਘੰਟੇ ਬਾਅਦ ਉਹਨਾਂ ਦਾ ਵੀਰਵਾਰ ਸ਼ੁਰੂ ਹੋਏਗਾ। ਅਤੇ ਭਰਮ ਪਾਉਣ ਵਾਲਾ, ਉਹਨੂੰ ਪੁੱਛਿਆ ਜਾਏ, ਭਾਈ ਇਸ ਟਾਈਮ ਵੀਰਵਾਰ ਦਾ ਅਸਰ ਉਹਨਾਂ ਲੋਕਾਂ 'ਤੇ ਹੋਏਗਾ ਕਿ ਨਹੀਂ ਹੋਏਗਾ, ਅਤੇ ਉਹ ਖੁਦ ਵੀ ਇਸ ਗੱਲ ਦਾ ਤੁਹਾਨੂੰ ਕੋਈ ਜਵਾਬ ਨਹੀਂ ਦੇਵੇਗਾ, ਕਿਉਂਕਿ ਰੱਬ ਦੀ ਕੁਦਰਤ ਗੋਲ ਹੈ ਪਿਆਰਿਓ, ਉਹਨੇ ਬਣਾਇਆ ਹੀ ਸਭ ਕੁਝ ਇਸ ਤਰੀਕੇ ਨਾਲ ਹੈ। ਔਰ ਇਕੱਲਾ ਇੱਕ ਚੀਜ਼ ਨਹੀਂ ਹੈ, ਬ੍ਰਹਿਮੰਡ ਸਾਰਾ, ਗਲੈਕਸੀ ਦਾ ਆਕਾਰ ਗੋਲ ਹੈ। ਸੂਰਜ, ਚੰਦਰਮਾ, ਤਾਰੇ ਵੀ ਚੱਕਰ ਗੋਲ ਹੀ ਲਾਉਂਦੇ ਨੇ। ਮਨੁੱਖ ਦੇ ਕੋਲ ਜੋ ਵੀ ਵਸਤੂਆਂ ਪ੍ਰਾਪਤ ਹੋਈਆਂ, ਇਹਨੂੰ ਇਸੇ ਰੂਪ ਵਿੱਚ ਦੁਨੀਆ ਘੁੰਮ ਰਹੀ ਹੈ, ਇਹ ਵੀ ਇਸੇ ਰੂਪ ਵਿੱਚ ਹੈ। ਸੋ ਪ੍ਰਮਾਤਮਾ ਦੇ ਇਸ ਚੱਕਰ ਨੂੰ ਨਾ ਕੋਈ ਸਮਝ ਸਕਿਆ, ਨਾ ਸਮਝ ਸਕੇਗਾ। ਸਿਰਫ ਇੰਨੀ ਕੁ ਗੱਲ ਸਾਨੂੰ ਗੁਰੂ ਸਾਹਿਬ ਨੇ ਸਮਝਾਈ ਹੈ, ਜੋ ਸਮਝਾਇਆ ਗਿਆ ਉਹ ਇਹ ਕਿ ਵੀਰਵਾਰ ਵੀਰ ਭਰਮ ਭੁਲਾਏ, ਬਹਾਦਰਾਂ ਦਾ ਦਿਨ, ਯੋਧਿਆਂ ਦਾ ਦਿਨ। ਔਰ ਭਰਮ ਵਿੱਚ ਕੋਈ ਫਸ ਜਾਏ, ਅਤੇ ਇਨਸਾਨ ਜਦੋਂ ਭਰਮ ਵਿੱਚ ਫਸਦਾ ਹੈ ਨਾ, ਭਾਵੇਂ ਜਹਾਨ ਦੀ ਜੰਗ ਜਿੱਤ ਜਾਏ, ਜਿਹੜਾ ਭਰਮ ਵਿੱਚ ਫਸ ਗਿਆ ਆਪਣੇ ਆਪ ਤੋਂ ਹਾਰਦਾ। ਸਭ ਤੋਂ ਪਹਿਲਾਂ ਉਹ ਆਪਣੇ ਆਪ ਤੋਂ ਹੀ ਹਾਰ ਜਾਂਦਾ ਹੈ, ਉਹਦੇ ਜੀਵਨ 'ਚ ਭਰਮ ਹੀ ਐਸਾ ਆ ਜਾਂਦਾ ਹੈ। ਅਤੇ ਜਦੋਂ ਇਸ ਪ੍ਰਕਾਰ ਦਾ ਭਰਮ ਆ ਗਿਆ, ਅਤੇ ਉਹ ਇਹੀ ਚੀਜ਼ਾਂ ਪਾਈਆਂ ਗਈਆਂ। ਇੱਕ ਪੁਰਾਤਨ ਯੁੱਧ ਦੀ ਘਟਨਾ ਹੈ, ਪੋਰਸ ਦੀ ਅਤੇ ਸਿਕੰਦਰ ਦੀ, ਜੋ ਸਿਕੰਦਰ ਅੱਗੇ ਵਧਿਆ ਨਹੀਂ ਸੀ ਪੋਰਸ ਦੇ ਨਾਲ ਲੜਾਈ ਕਰਕੇ। ਇਹਦਾ ਨਤੀਜਾ ਅਜੇ ਵਿਦਵਾਨ ਸਹਿਮਤ ਨਹੀਂ ਹਨ ਦੋਨੋਂ ਪਾਸਿਓਂ। ਯੂਰਪੀਅਨ ਵਿਦਵਾਨ ਕਹਿੰਦੇ ਸਿਕੰਦਰ ਜਿੱਤ ਗਿਆ ਸੀ, ਜੋ ਇੰਡੀਅਨ ਵਿਦਵਾਨ ਨੇ ਉਹ ਕਹਿੰਦੇ ਨੇ ਪੋਰਸ ਜਿੱਤ ਗਿਆ ਸੀ। ਅਤੇ ਇਹਨਾਂ ਦੋਨਾਂ ਵਿੱਚ ਉਸ ਵਕਤ ਚਾਣਕਿਆ ਨੇ ਵਹਿਮ ਪਾਤਾ ਸੀ ਵੀ ਗੰਗਾ ਪਾਰ ਕਰੇਗਾ ਅਤੇ ਮਰੇਗਾ। ਸਤਲੁਜ ਤੱਕ ਉਹਦੀ ਪਹੁੰਚ ਬਣ ਹੀ ਚੁੱਕੀ ਸੀ, ਲੇਕਿਨ ਉਹ ਸਿੰਧ ਤੱਕ, ਸਿੰਧ ਦਰਿਆ ਤੱਕ ਉਹਦਾ ਕਬਜ਼ਾ ਬਣ ਚੁੱਕਾ ਸੀ, ਕਿਉਂਕਿ ਉਹਦਾ ਰਾਜ ਉੱਥੋਂ ਤੱਕ ਸੀ, ਤਕਸ਼ਿਲਾ ਪੋਰਸ ਤੱਕ ਉਹ ਆ ਚੁੱਕਾ ਸੀ। ਅਤੇ ਅੱਗੇ ਦਰਿਆ ਜੋ ਖਾਸ ਪੈ ਰਿਹਾ ਸੀ ਉਹ ਇਹੀ ਸੀ, ਉਹਦਾ ਡਰ ਪਾ ਦਿੱਤਾ ਗਿਆ। ਉਹਨੇ ਤਾਂ ਮੰਨਿਆ ਨਹੀਂ, ਸਿਕੰਦਰ ਨੇ ਨਹੀਂ ਮੰਨਿਆ। ਉਹਦੀ ਫੌਜ ਵਿੱਚ ਐਸਾ ਪੈ ਗਿਆ, ਕਿਉਂਕਿ ਖੁਦ ਚੰਦਰਗੁਪਤ ਆਪ ਜਾ ਕੇ ਉਹਦੀ ਫੌਜ 'ਚ ਸ਼ਾਮਿਲ ਹੋ ਗਿਆ ਸੀ। ਉਹਨੇ ਇਹ ਵਹਿਮ ਉਹਨਾਂ ਨੂੰ ਪਾਇਆ, ਜਿਹਨੂੰ ਕੋਈ ਜ਼ੁਕਾਮ ਵੀ ਹੋ ਜਾਣਾ ਵੀ ਤੂੰ ਉੱਧਰ ਗੰਗਾ ਪਾਰ ਕਰਨ ਦਾ ਸੋਚਿਆ, ਉੱਧਰ ਲੜਨ ਜਾ ਰਿਹਾ, ਉਹ ਦੇਵਤਿਆਂ ਦੀ ਥਾਂ ਹੈ, ਮਰੇਗਾ। ਉਹ ਜ਼ਰਾ ਜਿੰਨਾ ਜ਼ੁਕਾਮ ਖੰਘ ਹੋ ਜਾਏ, ਕਿਸੇ ਨੂੰ ਬੁਖਾਰ ਹੋ ਜਾਏ, ਉਹਨੂੰ ਇਹੀ ਚੀਜ਼, ਐਸਾ ਵਹਿਮ ਪਾਇਆ, ਐਸਾ ਵਹਿਮ ਪਾਇਆ, ਉਹਦੀ ਫੌਜ ਨੇ ਬਗਾਵਤ ਕਰ ਦਿੱਤੀ, ਉਹਨੂੰ ਵਾਪਸ ਜਾਣਾ ਪਿਆ ਸੀ। ਸਿਕੰਦਰ ਚਾਹੁੰਦਾ ਸੀ ਅੱਗੇ ਪੂਰੇ ਭਾਰਤ 'ਤੇ ਹਮਲਾ ਕਰਕੇ ਉਹਨੂੰ ਜਿੱਤੇ, ਪਰ ਭਰਮ ਵਿੱਚ ਫਸੇ ਵੱਡੇ ਵੱਡੇ ਯੋਧੇ ਵੀ ਹਾਰ ਮੰਨ ਗਏ, ਕਿਉਂਕਿ ਭਰਮ ਦੀ ਲੜਾਈ ਆਪਣੇ ਆਪ ਨਾਲ ਹੁੰਦੀ ਹੈ। ਮੈਂ ਆਪਣੇ ਭਰਮ ਪਾਏ ਹੋਏ ਨੂੰ ਦੂਰ ਨਹੀਂ ਕਰ ਸਕਦਾ ਖੁਦ ਹੀ। ਇਹਨੂੰ ਅੱਜ ਕੱਲ੍ਹ ਦੀ ਭਾਸ਼ਾ 'ਚ ਫੋਬੀਆ ਵੀ ਕਹਿੰਦੇ ਨੇ, ਕਿਸੇ ਪ੍ਰਕਾਰ ਦਾ ਵੀ। ਕੋਈ ਹੁਣ ਭਾਵੇਂ ਸ਼ੇਰ ਨਾਲ, ਭਾਵੇਂ ਸਰਕਸ 'ਚ
ਤੁਸੀਂ ਵੇਖੋਗੇ ਕਈ ਵਾਰੀ ਸ਼ੇਰ ਨਾਲ ਖੇਡ ਰਹੇ ਹੁੰਦੇ ਨੇ, ਪਰ ਕਾਕਰੋਚ ਦਿਖ ਜਾਏ ਤੇ ਭੱਜ ਲੈਂਦੇ ਨੇ। ਫੋਬੀਆ ਹੈ, ਡਰ ਹੈ ਇੱਕ ਮਨ ਵਿੱਚ ਬੈਠ ਗਿਆ ਤੇ ਬੈਠ ਗਿਆ। ਛਿਪਕਲੀ ਦਾ ਹੋਵੇ, ਚੂਹੇ ਦਾ ਹੋਵੇ, ਇਹਨਾਂ ਸਾਰੀਆਂ ਚੀਜ਼ਾਂ ਦਾ ਆਪਣਾ ਕੁਝ ਡਰ ਹੀ ਐਸਾ ਹੁੰਦਾ, ਬੰਦਾ ਭਾਵੇਂ ਸ਼ੇਰ ਨਾਲ ਖੇਡ ਲਏ, ਹੋਰ ਵੱਡੇ ਤਗੜੇ ਕਰਤੱਵ ਕਰ ਜਾਏ, ਪਰ ਜਿਸ ਚੀਜ਼ ਦਾ ਡਰ ਬਣ ਗਿਆ, ਵਹਿਮ ਬਣ ਗਿਆ, ਬਣ ਜਾਂਦਾ। ਇਸ ਵਹਿਮ ਨੂੰ ਕੱਢਿਆ ਮਹਾਰਾਜ ਨੇ। ਸਤਿਗੁਰ ਨੇ ਸਾਨੂੰ ਇਹ ਕਿਹਾ ਵੀ ਤੇਰੇ ਕੋਲ ਸਭ ਤੋਂ ਸੁਪਰੀਮ ਪਾਵਰ ਹੈ ਪ੍ਰਮਾਤਮਾ, ਵਾਹ ਵਾਹ ਬਾਣੀ ਨਿਰੰਕਾਰ ਹੈ, ਰੱਬ ਤੋਂ ਵੱਧ ਕੇ ਤੇ ਕੁਝ ਨਹੀਂ ਹੈ ਨਾ। ਤੇ ਉਸੇ ਭਰਮ ਨੂੰ ਤੋੜਨ ਲਈ ਕਿਹਾ, ਵੀਰਵਾਰ ਵੀਰ ਭਰਮ ਭੁਲਾਏ, ਪ੍ਰੇਤ ਭੂਤ ਸਭ ਦੂਜੈ ਲਾਏ, ਆਪ ਉਪਾਏ ਕਰ ਵੇਖੈ ਵੇਕਾ। ਪ੍ਰਮਾਤਮਾ ਨੇ ਇਹ ਸਾਰੇ ਪੈਦਾ ਕੀਤੇ ਨੇ, ਉਹਦੇ ਹੁਕਮ ਤੋਂ ਬਾਹਰ ਨਹੀਂ ਇਹ ਜਾ ਸਕਦੇ। ਨਾ ਦੇਵੀ ਦੇਵਤਾ, ਨਾ ਭੂਤ ਪ੍ਰੇਤ, ਨਾ ਇਨਸਾਨ, ਨਾ ਅਵਤਾਰੀ ਪੁਰਸ਼, ਕੋਈ ਵੀ ਹੋਵੇ, ਰੱਬ ਦੀ ਮਰਜ਼ੀ ਤੋਂ ਇਲਾਵਾ ਕਿਸੇ ਦੀ ਕੋਈ ਮਰਜ਼ੀ ਨਹੀਂ ਚੱਲਦੀ। ਨਾ ਦੇਵੀ ਦੇਵਤਾਵਾਂ ਨੇ ਪ੍ਰਮਾਤਮਾ ਦੀ ਮਰਜ਼ੀ ਦੇ ਖਿਲਾਫ ਜਾ ਕੇ ਕੁਝ ਕਰਨਾ ਹੈ, ਭੂਤ ਪ੍ਰੇਤ ਨਹੀਂ ਕਰ ਸਕਦੇ, ਇਨਸਾਨ ਨਹੀਂ ਕਰ ਸਕਦਾ। ਜਦ ਹੋਣਾ ਹੀ ਪ੍ਰਮਾਤਮਾ ਦੀ ਮਰਜ਼ੀ 'ਚ ਹੈ ਤੇ ਫਿਰ ਇਹਨਾਂ ਤੋਂ ਕਿਸੇ ਤੋਂ ਵੀ ਡਰਨ ਦੀ ਲੋੜ ਨਹੀਂ ਹੈ। ਸੋ ਇਸ ਲਈ ਅਗਰ ਆਪਾਂ ਉਸ ਰੂਪ ਵਿੱਚ ਵੇਖੀਏ ਨਾ, ਜੇ ਡਰ ਹੋਣਾ ਹੋਵੇ ਤੇ ਫਿਰ ਅੱਗ ਨਾਲ ਅਸੀਂ ਰੋਟੀ ਕਿਉਂ ਪਕਾਈਏ? ਕਿਉਂਕਿ ਅਗਨੀ ਵੀ ਦੇਵਤਾ ਹੈ, ਪਾਣੀ ਵੀ ਦੇਵਤਾ ਹੈ, ਫਿਰ ਇਹਨੂੰ ਪੀ ਕਿਉਂ ਲੈਂਦੇ ਆ? ਉਹ ਸਾਨੂੰ ਮਾਰਦਾ ਕਿਉਂ ਨਹੀਂ? ਇਸ ਪੱਖ ਵਿੱਚ ਅਗਰ ਵੇਖਿਆ ਜਾਏ, ਸੋ ਗੱਲ ਇਹ ਕਿ ਪ੍ਰਮਾਤਮਾ ਨੇ ਇਹਨਾਂ ਦੇ ਆਪੋ ਆਪਣੇ ਕਰਮ ਲਾਏ ਹੋਏ ਨੇ, ਆਪਣੀਆਂ ਸੇਵਾਵਾਂ ਦੇ ਦਿੱਤੀਆਂ ਨੇ ਵੀ ਤੇਰਾ ਇਹ ਰੋਲ ਹੈ, ਤੇਰਾ ਇਹ ਰੋਲ ਹੈ, ਤੇਰਾ ਤੂੰ ਇਸ ਪ੍ਰਕਾਰ ਨਾਲ ਕਰਨਾ ਹੈ। ਇਸ ਲਈ ਮਹਾਰਾਜ ਨੇ ਕਿਹਾ, ਕਹਿਣ ਲੱਗੇ ਸਭ ਕੁਝ ਪ੍ਰਮਾਤਮਾ ਨੇ ਪੈਦਾ ਕੀਤਾ, ਆਪ ਵੇਖ ਰਿਹਾ, ਆਪ ਉਪਾਏ ਕਰ ਵੇਖੈ ਵੇਕਾ, ਸਭਨਾ ਕਰਤੇ ਤੇਰੀ ਟੇਕਾ। ਸਭ ਰੱਬ ਦੀ ਟੇਕ ਲੈ ਕੇ ਬੈਠੇ ਨੇ, ਕਿਉਂਕਿ ਪ੍ਰੇਤਾਂ ਨੂੰ ਵੀ ਦੇਵਤਿਆਂ ਨੂੰ ਵੀ ਮੁਕਤੀ ਚਾਹੀਦੀ ਹੈ। ਦੇਵੀ ਦੇਵਤਾ ਵੀ ਕਹਿੰਦੇ ਨੇ, ਰੱਬਾ ਇੱਕ ਦਿਨ ਮਨੁੱਖਾ ਦੇਹੀ ਦੇ ਦੇ ਤਾਂ ਕਿ ਮੁਕਤੀ ਪ੍ਰਾਪਤ ਕਰ ਸਕੀਏ। ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਤੇ ਭਾਵੇਂ ਪ੍ਰੇਤ ਜੋਨ ਜਿੰਨੀ ਵੀ ਹੋਣ, ਇਹ ਵੀ ਪ੍ਰਮਾਤਮਾ ਕੋਲੋਂ ਮੰਗ ਕਰਦੇ ਨੇ ਕਿ ਇੱਕ ਵਾਰ ਫਿਰ ਇਨਸਾਨ ਦੀ ਜੋਨ ਦੇ ਤਾਂ ਕਿ ਜਪ ਕੇ ਮੋਕਸ਼ ਪ੍ਰਾਪਤ ਕਰ ਸਕੀਏ। ਇਸ ਲਈ ਮਹਾਰਾਜ ਨੇ ਫਰਮਾਇਆ, ਜੀ ਜੰਤ ਤੇਰੀ ਸਰਣਾਈ, ਸੋ ਮਿਲੈ ਜਿਸ ਲਹਿ ਮਿਲਾਈ। ਉਹੀ ਪ੍ਰਮਾਤਮਾ ਨੂੰ ਮਿਲ ਸਕਦਾ ਹੈ ਜਿਹਨੂੰ ਪ੍ਰਮਾਤਮਾ ਆਪ ਬਖਸ਼ਿਸ਼ ਕਰਕੇ ਮਿਲਣਾ ਚਾਹੇ। ਤੇ ਇਸੇ ਨੂੰ ਕਬੀਰ ਜੀ ਨੇ ਜੋ ਵਾਰ ਲਿਖੇ ਨੇ ਉਸ ਵਿੱਚ ਉਹਨਾਂ ਨੇ ਲਫ਼ਜ਼ ਵਰਤਿਆ, ਕਿਉਂਕਿ ਬਨਾਰਸ ਦੇ ਵਸਨੀਕ ਨੇ, ਉੱਥੇ ਵੀਰਵਾਰ ਨੂੰ ਕਹਿੰਦੇ ਨੇ ਬ੍ਰਹਸਪਤ। ਤੇ ਉਹਨਾਂ ਨੇ ਫਰਮਾਇਆ, ਕਹਿੰਦੇ ਬ੍ਰਹਸਪਤ ਵਿਖਿਆ ਦੇ ਬਹਾਏ। ਬਹਾਣਾ ਦੂਰ ਭੇਜ ਦੇਣਾ, ਨਦੀ ਵਿੱਚ ਹੀ ਸੁੱਟ ਦੇਣਾ। ਜੋ ਵਿਖਿਆ ਹੈ, ਵਿਕਾਰੀ ਕੁਕਰਮ ਜਾਂ ਹੋਰ ਕਿਸੇ ਤਰ੍ਹਾਂ ਦੀ ਮਾੜੀ ਪ੍ਰਵਿਰਤੀ, ਕਹਿੰਦੇ ਉਹਨੂੰ ਇਸ ਦਿਨ ਬਿਲਕੁਲ ਬਹਾ ਦੇਣਾ, ਰੋੜ ਦੇਣਾ। ਤੇ ਜੋ ਮਾਇਆਵੀ ਹੈ, ਜੋ ਸੰਸਾਰਕ ਵਿਖਿਆ ਹੈ, ਇਹਨੂੰ ਵੀਰਵਾਰ ਵਾਲੇ ਦਿਨ ਬਿਲਕੁਲ ਸੁੱਟ ਦੇਣਾ। ਬਲਿਹਾਰ ਜਾਈਏ ਸਤਿਗੁਰ ਪਾਤਸ਼ਾਹ ਜੀ ਦੇ ਕਿ ਇੱਕ ਇੱਕ ਦਿਨ ਦੇ ਪ੍ਰਥਾਏ ਜੋ ਦੁਨਿਆਵੀ ਅਵਹਿਮ ਭਰਮ ਨੇ ਨਾ, ਹੁਣ ਕੋਈ ਜ਼ਰੂਰਤ ਨਹੀਂ ਜੇ ਨਾ ਵੀਰਵਾਰ ਦਾ ਵਹਿਮ, ਨਾ ਸ਼ਨੀਵਾਰ ਦਾ ਵਹਿਮ, ਨਾ ਕਿਸੇ ਬੁੱਧਵਾਰ ਦਾ, ਨਾ ਮੰਗਲਵਾਰ ਦਾ। ਇਹ ਸਾਰੀਆਂ ਚੀਜ਼ਾਂ, ਜਿਵੇਂ ਮੰਗਲ ਵਾਲੇ ਦਿਨ ਅਰਜ਼ ਕੀਤੀ ਸੀ ਨਾ, ਮਾਂਗਲਿਕ ਕਿੱਡਾ ਵੱਡਾ ਡਰ ਹੈ ਕਿ ਆਹ ਬੱਚਾ ਮਾਂਗਲਿਕ ਹੈ, ਉਹ ਬੱਚੀ ਮਾਂਗਲਿਕ ਹੈ। ਮੰਗਲਵਾਰ ਨੂੰ ਕੋਈ ਪੈਦਾ ਹੋ ਗਿਆ, ਕੋਈ ਗੁਨਾਹ ਥੋੜ੍ਹੀ ਹੈ, ਉਹ ਤੇ ਰੱਬ ਨੇ ਪੈਦਾ ਕੀ। ਪੈਦਾ ਹੋਣਾ ਬੰਦੇ ਦੇ ਹੱਥ ਵਿੱਚ ਹੈ ਹੀ ਨਹੀਂ ਹੈ, ਉਹ ਤੇ ਰੱਬ ਨੇ ਪੈਦਾ ਕਰਨਾ ਹੈ ਨਾ। ਕਿਸ ਟਾਈਮ ਕਿਸ ਨੇ ਪੈਦਾ ਹੋਣਾ ਹੈ, ਕਦੋਂ? ਕੋਈ 7 ਮਹੀਨੇ 'ਚ ਵੀ ਜਨਮ ਲੈ ਲੈਂਦਾ ਹੈ, ਕੋਈ 8 ਮਹੀਨੇ 'ਚ ਵੀ ਜਨਮ ਲੈਂਦੇ ਨੇ। ਔਰ ਧਾਰਨਾ ਅਗਰ ਬਣਾ ਲਈ ਕਿਸੇ ਨੇ ਸਤਮਾਏ ਬੱਚੇ ਨਹੀਂ ਬਚਦੇ, ਐਸਾ ਕੁਛ ਨਹੀਂ ਹੈ। ਬਹੁਤ ਸਾਰੇ ਐਸੇ ਵਿਅਕਤੀ ਤੁਸੀਂ ਵੀ ਜਾਣਦੇ ਹੋਗੇ ਸਤਮਾਏ ਬਚ ਜਾਂਦੇ ਨੇ, ਤੇ ਕਈ ਬਿਲਕੁਲ ਸਹੀ ਟਾਈਮ 'ਤੇ ਵੀ ਪੈਦਾ ਹੋਏ, ਉਹ ਕਿਹੜਾ ਬਹੁਤ ਲੰਬੀ ਉਮਰ ਭੋਗ ਜਾਂਦੇ ਨੇ। ਜਦ ਆਈ ਹੈ ਤੇ ਜਾਣਾ ਸਭ ਨਹੀਂ ਹੈ। ਇਹ ਸਾਰੇ ਵਹਿਮ ਨੇ ਕਿ ਸਤਮਾਇਆ ਨਹੀਂ ਬਚਣਾ, ਅਠਮਾਇਆ ਨਹੀਂ ਬਚਣਾ, ਜਾਂ ਇਸ ਪ੍ਰਕਾਰ ਨਾਲ, ਜਾਂ ਮਾਂਗਲਿਕ ਕੋਈ ਹੋ ਗਿਆ ਜਾਂ ਨਹੀਂ ਹੈ। ਸਾਰਿਆਂ ਦੇ ਜੀਵਨ ਚੱਲ ਰਹੇ ਨੇ ਨਾ, ਇਸ ਲਈ ਕੁਛ ਨਹੀਂ, ਸਮੱਸਿਆਵਾਂ ਕੁਝ ਨਹੀਂ ਨੇ। ਇਹ ਵਿਅਰਥ ਦੇ ਵਹਿਮ ਭਰਮ ਪਾ ਲਏ, ਇਹਨਾਂ ਤੋਂ ਕੱਢਿਆ ਮਹਾਰਾਜ ਨੇ ਕਿ ਉਹਨਾਂ ਵਹਿਮਾਂ ਭਰਮਾਂ ਦੇ। ਦੇਖੋ ਵਹਿਮ ਭਰਮ 'ਚ ਪਿਆ ਬੰਦਾ ਜਿਹੜਾ ਨਾ, ਉਹ ਭਗਤੀ ਵੱਲ ਧਿਆਨ ਨਹੀਂ ਦੇ ਸਕਦਾ। ਉਹ ਕਹੇਗਾ ਅੱਜ ਵੀਰਵਾਰ ਹੈ, ਅੱਜ ਰੋਟ ਬਣਾਉਣਾ ਹੈ, ਹਰੀ ਚਾਦਰ ਚੜ੍ਹਾਉਣੀ, ਕਿਸੇ ਨੂੰ ਹਰਾ ਰੁਮਾਲ ਦੇਣਾ, ਹੋਰ ਕੁਝ ਨਹੀਂ। ਤਾਂ ਜਿਹੜੀਆਂ ਹਰੀਆਂ ਮਠਿਆਈਆਂ ਬਣਦੀਆਂ ਨੇ, ਬਣਦੀਆਂ ਹੀ ਉਸ ਵਾਸਤੇ। ਤੁਸੀਂ ਪੀਰਾਂ ਦੀ ਕਬਰਾਂ 'ਤੇ ਜਾਓ, ਤੁਹਾਨੂੰ ਹਰਾ ਪੇਠਾ ਚੜ੍ਹਦਾ ਜ਼ਿਆਦਾ ਦਿਖੇਗਾ, ਕਿਉਂਕਿ ਹਰਾ ਰੰਗ ਉਹਨਾਂ ਨੇ ਜੋ ਅਪਣਾ ਲਿਆ।
ਇਸ ਲਈ ਇਹ ਸਾਰੀਆਂ ਚੀਜ਼ਾਂ ਬਣ ਹੀ ਇਸ ਵਾਸਤੇ ਗਈਆਂ। ਸੋਮਵਾਰ ਨੂੰ ਚਿੱਟੀ ਬਰਫੀ ਹੀ ਚੜ੍ਹਨੀ ਹੈ, ਮੰਗਲਵਾਰ ਨੂੰ ਪੀਲੇ ਲੱਡੂ ਚੜ੍ਹਨੇ ਨੇ, ਅਤੇ ਕਾਲੇ ਛੋਲੇ ਜਿਹੜੇ ਨੇ ਸ਼ਨੀਵਾਰ ਦੇ ਬਣ ਗਏ। ਸਾਰੀਆਂ ਚੀਜ਼ਾਂ ਵਿਅਰਥ ਦੀਆਂ ਬਣੀਆਂ। ਮਹਾਰਾਜ ਨੇ ਕਿਹਾ ਸਾਰਿਆਂ ਹੀ ਦਿਨਾਂ 'ਚ ਇੱਕੋ ਹੀ ਕੜਾਹ ਪ੍ਰਸ਼ਾਦ, ਉਹਦੇ ਵਿੱਚ ਹੀ ਸਾਰੀਆਂ ਰਹਿਮਤਾਂ, ਉਹਦੇ ਵਿੱਚ ਹੀ ਸਾਰੇ ਆਸ਼ੀਰਵਾਦ। ਇਸ ਲਈ ਅੱਜ ਜੋ ਵੀਰਵਾਰ ਦਾ ਦਿਨ, ਇਸ ਪ੍ਰਥਾਏ ਵੀ ਮਹਾਰਾਜ ਨੇ ਕਿਹਾ ਸਾਰੇ ਵਹਿਮ ਭਰਮ ਛੱਡ ਕੇ ਬ੍ਰਹਸਪਤ ਵਿਖਿਆ ਦੇ ਬਹਾਏ, ਤੀਨ ਦੇਵ ਏਕ ਸੰਗ ਲਾਏ, ਬ੍ਰਹਮਾ ਵਿਸ਼ਨੂੰ ਮਹੇਸ਼ ਵੱਡੇ ਤਿੰਨ ਦੇਵਤਾ। ਇਹ ਖੁਦ ਇੱਕ ਪ੍ਰਮਾਤਮਾ ਨਾਲ ਜੁੜੇ ਹੋਏ ਨੇ। ਇਹ ਮਹਾਨ ਦੇਵਤਾ ਵੀ ਇੱਕ ਪ੍ਰਮਾਤਮਾ ਦੀ ਭਗਤੀ ਕਰਦੇ ਨੇ। ਬੰਦਾ ਇੱਕ ਅਕਾਲ ਪੁਰਖ ਵਾਹਿਗੁਰੂ ਨਾਲ ਕਿਉਂ ਨਾ ਜੁੜੇ, ਜਦ ਵੱਡੇ ਤੋਂ ਵੱਡੇ ਦੇਵੀ ਦੇਵਤਾ ਵੀ ਇੱਕ ਪ੍ਰਭੂ ਦੀ ਭਗਤੀ ਵਿੱਚ ਨੇ। ਤੇ ਮਹਾਰਾਜ ਨੇ ਸਪਸ਼ਟ ਰੂਪ ਵਿੱਚ ਕਿਹਾ ਤੀਨ ਨਦੀ ਤਹਿ ਤ੍ਰਿਕੁਟੀ ਮਾਂ ਹੈ। ਤੀਨ ਨਦੀ ਇਹ ਇੱਕ ਨਦੀ ਦੀ ਤਰ੍ਹਾਂ ਹੈ ਤ੍ਰਿਕੁਟੀ ਰੂਪ ਵਿੱਚ। ਵੈਸੇ ਤ੍ਰਾਟਕ ਇਹਦਾ ਨਾਮ ਹੈ ਆਸਨ ਦਾ। ਇੱਕ ਤ੍ਰਿਕੁਟੀ ਮੰਨਦੇ ਨੇ ਮੱਥੇ ਦੇ ਵਿਚਕਾਰ ਨੱਕ, ਈੜਾ ਪਿੰਗਲਾ ਅਤੇ ਸੁਖਮਨਾ, ਇਹ ਤਿੰਨ ਨਾੜੀਆਂ ਦੇ ਜੋੜ ਨੇ। ਇੰਦਰੀਆਂ ਰੂਪ ਵਿੱਚ ਕਹੀਏ ਤੇ ਦੋਨੋਂ ਅੱਖਾਂ ਔਰ ਨਾਸਿਕਾ, ਇਹ ਜਿੱਥੇ ਜੁੜਦੀਆਂ ਨੇ, ਮੱਥੇ ਦਾ ਐਨ ਸੈਂਟਰ ਪੁਆਇੰਟ ਬਣਦਾ, ਇਹਨੂੰ ਤ੍ਰਿਕੁਟੀ ਇੱਥੇ ਕਹਿੰਦੇ ਨੇ। ਅਤੇ ਕਈਆਂ ਦੇ ਧਿਆਨ ਕਰਨ ਦੀ ਵਿਧੀ ਵਿੱਚ ਤ੍ਰਾਟਕ ਵਿੱਚ ਮੱਥੇ 'ਤੇ ਤ੍ਰਿਕੁਟੀ ਬਣ ਵੀ ਜਾਂਦੀ ਹੈ। ਕਈ ਉਹਨੂੰ ਸ਼ੰਕਰ ਜੀ ਦੀ ਅੱਖ ਕਹਿ ਲੈਂਦੇ ਨੇ, ਕਈ ਤ੍ਰਿਕੁਟੀ ਕਹਿ ਲੈਂਦੇ ਹਨ। ਅਤੇ ਇਹਦਾ ਜ਼ਿਕਰ ਆਇਆ ਇੱਕ ਬਾਣੀ ਵਿੱਚ, ਮਾਥੈ ਤ੍ਰਿਕੁਟੀ ਦ੍ਰਿਸ਼ਟ ਕਰੂਰ, ਬੋਲੇ ਕੌੜਾ ਜਿਹਬਾ ਕੀ ਫੂੜ। ਇਹ ਮਾਇਆ ਪ੍ਰਥਾਏ ਫਰਮਾਇਆ, ਤ੍ਰਿਕੁਟੀ ਦਾ ਜ਼ਿਕਰ ਹੈ। ਤਿਕੋਣ ਵਿੱਚ ਜਿਹੜਾ ਇਨਸਾਨ ਫਸ ਜਾਂਦਾ ਨਾ, ਕਿਸੇ ਇੱਕ ਰਸਤੇ ਉੱਤੇ ਨਹੀਂ ਤੁਰਦਾ। ਅਤੇ ਤਿਕੋਣ ਬਣਦਾ ਹੈ ਰਜੋ ਗੁਣ, ਤਮੋ ਗੁਣ, ਸਤੋ ਗੁਣ। ਸਤੋ ਗੁਣ ਵੱਲ ਜਾਣਾ, ਹੁਣ ਕਿਸੇ ਪਾਸੇ ਇੱਕ ਜਗ੍ਹਾ ਨਹੀਂ ਟਿਕਦਾ। ਟ੍ਰਾਇੰਗੂਲਰ ਵੈਸੇ ਹੀ ਪਰੇਸ਼ਾਨ ਕਰਦਾ ਹੈ ਨਾ। ਬੰਦੇ ਦੀ ਸੁਰਤ ਦੋ ਦੀ ਬਜਾਏ ਤਿੰਨ ਪਾਸੇ ਭਰਮਿਤ ਹੋ ਗਈ ਹੈ। ਅਤੇ ਭ੍ਰਮਿਤ ਹੋਇਆ ਇਨਸਾਨ ਕਿਸੇ ਇੱਕ ਜਗ੍ਹਾ ਫੈਸਲਾ ਲੈਂਦਾ ਹੀ ਨਹੀਂ। ਗੁਰੂ ਮਹਾਰਾਜ ਕਹਿ ਰਹੇ ਨੇ ਕਿ ਇੱਕ ਜੋ ਸਿਆਣਾ ਧਰਮੀ ਹੈ, ਉਹ ਕੇਵਲ ਇਹ ਸਮਝ ਲਏ ਕਿ ਨਾਨਕ ਕੈ ਘਰ ਕੇਵਲ ਨਾਮ, ਤੇ ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਤੇ ਜੋ ਕੁਛ ਵੀ ਹੈ ਮਹਾਰਾਜ ਨੇ ਹੀ ਫਰਮਾਇਆ ਹੈ ਕਿ ਇਸ਼ਟ ਮੀਤ ਜਾਨ ਸਭ ਛਲੈ, ਕੇਵਲ ਨਾਮ ਸੰਗ ਤੇਰਾ ਚੱਲੈ। ਕੇਵਲ ਨਾਮ, ਸਿਰਫ ਨਾਮ ਹੀ ਪ੍ਰਮਾਤਮਾ ਦੇ ਉਸ ਦਰ 'ਤੇ ਕਬੂਲ ਹੋਣਾ। ਬੰਦੇ ਦੇ ਨਾਲ ਕੁਝ ਜਾਏਗਾ ਤੇ ਭਗਤੀ ਹੀ ਜਾਏਗੀ। ਇਸ ਲਈ ਆਪਣੇ ਆਪ ਨੂੰ ਇਸ ਤ੍ਰਿਕੁਟੀ ਵਿੱਚ ਫਸਾਉਣਾ ਨਹੀਂ, ਬਲਕਿ ਸਭ ਕਹਿੰਦੇ ਨੇ ਐਹਨਿਸ ਕਸਮਲ ਧੋਵੈ ਨਾਹੀਂ। ਅਗਰ ਤ੍ਰਿਕੁਟੀ ਵਿੱਚ ਰਜੋ ਗੁਣ, ਤਮੋ ਗੁਣ, ਸਤੋ ਗੁਣ ਦੇ ਵਿੱਚ ਕੋਈ ਫਸ ਗਿਆ, ਪਾਪ ਨਹੀਂ ਧੋਪੇ ਜਾਂਦੇ, ਜੀਵਨ ਐਵੇਂ ਰਹਿ ਜਾਂਦਾ ਹੈ। ਮੰਦ ਕਰਮਾਂ ਵਿੱਚ ਆਪਣੇ ਆਪ ਨੂੰ ਨਾ ਫਸਾ ਕੇ ਵਹਿਮ ਭਰਮ ਵਿੱਚ ਅਗਰ ਰਹਿ ਗਏ ਤੇ ਧਿਆਨ ਪਰਮਾਤਮਾ ਦੀ ਭਗਤੀ 'ਚ ਨਹੀਂ ਜਾਏਗਾ। ਤੇ ਇਸੇ ਕਾਰਨ ਕਰਕੇ ਜਦੋਂ ਅਸੀਂ ਗੁਰੂ ਘਰ ਵਿੱਚ ਵੀ, ਤੁਸੀਂ ਵੇਖੋ ਨਾ, ਜਦੋਂ ਗੁਰੂ ਘਰ ਕੋਈ ਆਉਂਦਾ, ਮੰਨ ਲਓ ਸ਼ਨੀਵਾਰ ਦਾ ਦਿਨ ਹੈ ਅਤੇ ਉਹਨੇ ਫੜੇ ਹੋਏ ਨੇ ਛੋਲੇ ਹੱਥ 'ਚ, ਅਤੇ ਉਹ ਇਹ ਨਹੀਂ ਸੋਚੇਗਾ ਕਿ ਅੱਜ ਹੁਕਮਨਾਮਾ ਕੀ ਹੈ, ਉਹ ਸੋਚੇਗਾ ਵੀ ਸ਼ਨੀ ਉਤਰ ਜਾਏ। ਜਿਉਂ-ਜਿਉਂ ਲੋਕ ਲੈ ਕੇ ਜਾਣਗੇ ਛੋਲੇ, ਤਿਉਂ-ਤਿਉਂ ਸ਼ਨੀ ਉਹਨਾਂ 'ਤੇ ਚਲਾ ਜਾਏਗਾ, ਮੇਰੇ ਤੋਂ ਹਟ ਜਾਏਗਾ। ਤੁਸੀਂ ਪੰਡਿਤ ਨੂੰ ਪੁੱਛਣਾ, ਇਹੀ ਕਹੇਗਾ। ਮੈਂ ਡਰਾਉਣ ਵਾਸਤੇ ਨਹੀਂ ਕਹਿ ਰਿਹਾ, ਮੁੜ ਕੇ ਕਿਤੇ ਇਹ ਨਾ ਹੋਵੇ ਵੀ ਛੋਲੇ ਦਾ ਪ੍ਰਸ਼ਾਦ ਹੀ ਨਾ ਲਓ। ਜੇ ਕੋਈ ਲੈ ਹੀ ਆਇਆ ਵਿਚਾਰਾ ਤੇ ਉਹ ਲੈ ਸਕਦੇ, ਕੁਛ ਸਮੱਸਿਆ ਨਹੀਂ ਆਉਣੀ। ਜੇ ਤੁਸੀਂ ਤੇ ਰੋਜ਼ ਦੇ ਸਤਸੰਗੀ ਹੋ, ਤੁਹਾਡਾ ਕੀ ਵਿਗੜਨਾ। ਪਰ ਸਮੱਸਿਆ पंडित यही कहेगा तो जनाब यजमान जैसे जैसे ये छोले बटेंगे, जैसे जैसे ये उड़द की दाल जाएगी, आपके दुख इसके साथ चले जाएंगे। और बड़े अंदाज ਵਿੱਚ ਉਹਨਾਂ ਦੀ ਜੋ ਸ਼ੁੱਧ ਹਿੰਦੀ ਹੈ ਉਹ ਥੋੜਾ ਪ੍ਰਭਾਵਿਤ ਕਰਦੀ ਹੈ ਕਿ ਹਾਂ ਬੜਾ ਵਿਦਵਾਨ ਪੰਡਿਤ ਹੈ ਜੀ। ਤੇ ਕੋਈ ਦੁੱਖ ਕਿਸੇ ਦਾ ਨਹੀਂ ਜੇ ਜਾਂਦਾ। ਜੋ ਕੁਛ ਹੈ ਨਾ, ਬਾਣੀ ਕੀ ਕਹਿੰਦੀ ਹੈ ਕਿ ਮਨ ਮੇਰੇ ਭੂਲੇ ਕਪਟ ਨਾ ਕੀਜੈ ਅੰਤ ਨਬੇਰਾ ਤੇਰੇ ਜੀ ਪੈ। ਮੇਰੇ ਕਰਮ ਦਾ ਲੇਖਾ ਮੇਰੇ ਨਾਲ ਹੋਏਗਾ, ਦੂਜਿਆਂ ਦੇ ਕਰਮਾਂ ਦਾ ਲੇਖਾ ਦੂਜਿਆਂ ਨਾਲ ਹੋਣਾ ਹੈ। ਇਹ ਨਹੀਂ ਹੈ ਕਿ ਕਿਸੇ ਨੇ ਛੋਲੇ ਦੇ ਤੇ ਕਾਲੇ ਤੇ ਉਹਦੇ ਦੁੱਖ ਦੂਸਰਿਆਂ ਕੋਲ ਚਲੇ ਗਏ ਨੇ, ਨਹੀਂ ਜਾਣਗੇ। ਰੱਬ ਇੰਨਾ ਭੋਲਾ ਨਹੀਂ ਹੈ ਕਿ ਕਿਸੇ ਦੇ ਦੁੱਖ ਕਿਸੇ ਦੇ ਹਿੱਸੇ ਚਲੇ ਗਏ ਤੇ ਉਹਦੀ ਸਜ਼ਾ ਉਹਨੂੰ ਦੇ ਦੇਗਾ। ਕਿਸੇ ਨੇ ਚੋਰੀ ਕਿਸੇ ਨੇ ਕੀਤੀ, ਸਜ਼ਾ ਦੂਜੇ ਨੂੰ ਕਿਵੇਂ ਮਿਲ ਜਾਏਗੀ। ਰੱਬ ਇੰਨਾ ਤੇ ਅੱਖਾਂ ਬੰਦ ਕਰਕੇ ਨਹੀਂ ਬੈਠਾ, ਉਹਨੇ ਤੇ ਸਪਸ਼ਟ ਵੇਖਣਾ ਹੈ। ਇਸ ਲਈ ਉਹਦੇ ਕੋਲੋਂ ਕੁਝ ਨਹੀਂ ਛੁਪਦਾ। ਸੋ ਇਹ ਛੋਲਿਆਂ ਵਾਲਾ ਵਹਿਮ, ਵੀਰਵਾਰ ਵਾਲਾ ਭੈਮ, ਵੀਰਵਾਰ ਵਾਲੇ ਭਰਮ ਔਰ ਰੋਟ ਪਵਾ ਦਿੱਤਾ, ਮੰਗਲ ਨੂੰ ਪੀਲੇ ਲੱਡੂ ਆ ਗਏ ਜਾਂ ਹੋਰ ਕੋਈ ਚੀਜ਼ਾਂ, ਇਹਨਾਂ ਸਾਰੀਆਂ ਚੀਜ਼ਾਂ ਤੋਂ 7 ਦਿਨ ਮਹਾਰਾਜ ਨੇ ਰੋਕਿਆ ਹੈ ਸਾਨੂੰ
ਕਿ ਕਿਸੇ ਵਹਿਮ ਭਰਮ ਦੀ ਬਜਾਏ ਅਸੀਂ ਕੇਵਲ ਭਗਤੀ ਵੱਲ ਆਪਣਾ ਧਿਆਨ ਦਈਏ, ਨਾਮ ਦੇ ਨਾਲ ਜੁੜਨ ਦਾ ਉਪਰਾਲਾ ਕਰੀਏ, ਤਾਂ ਕਿ ਸਤਿਗੁਰ ਪਾਤਸ਼ਾਹ ਜੀ ਦੀ ਰਹਿਮਤ ਸਦਕਾ ਇਸ ਨਾਮ ਨਾਲ ਜੁੜ ਕੇ ਸਾਡੇ ਲਈ ਸਾਰੇ ਦਿਨ ਸਫਲ ਹੋ ਜਾਣਗੇ। ਬਾਣੀ ਕਹਿੰਦੀ ਹੈ, ਧਨ ਸੋ ਵੇਲਾ ਘੜੀ ਧਨ, ਧਨ ਮੂਰਤ ਪਲਸਾਰ, ਧਨ ਸੋ ਦਿਨ ਸੋ ਸੰਜੋਗੜਾ। ਹੁਣ ਵੇਖੋ ਕੀ ਕਹਿ ਰਹੇ ਨੇ, ਧਨ ਉਹ ਦਿਨ ਵੀ ਧਨ ਹੈ। ਕਿਹੜਾ? ਜਿਤ ਡਿੱਠਾ ਗੁਰ ਦਰਸਾਰ। ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ। ਜਦੋਂ ਗੁਰੂ ਦੇ ਦਰਸ਼ਨ ਹੋ ਗਏ ਨਾ, ਉਹ ਦਿਨ ਵੀ ਭਲਾ ਹੈ, ਮੂਰਤ ਵੀ ਭਲਾ ਹੈ, ਹਰ ਚੀਜ਼ ਭਲੀ। ਭਾਵੇਂ ਫਿਰ ਸ਼ਨੀਵਾਰ ਦਾ ਦਿਨ ਹੈ, ਚਾਹੇ ਵੀਰਵਾਰ ਦਾ ਦਿਨ ਹੈ, ਇਸ ਪੱਖ ਵਿੱਚ ਜੋ ਕੁਝ ਵੀ ਹੈ, ਕਿਸੇ ਪ੍ਰਕਾਰ ਦਾ ਭਰਮ ਨਾ ਕਰਕੇ ਬਲਕਿ ਕੇਵਲ ਭਗਤੀ ਵਿੱਚ ਅਗਰ ਜੁੜੀਏ ਤੇ ਸਾਡੇ ਉੱਤੇ ਅਪਾਰ ਰਹਿਮਤ ਵਾਹਿਗੁਰੂ ਦੀ ਹੋ ਸਕਦੀ ਹੈ।